26 ਜਨਵਰੀ ਨੂੰ ਜਦ ਸਾਡਾ ਦੇਸ਼ ਰਿਪਬਲਿਕ ਡੇ ਮਨਾ ਰਿਹਾ ਸੀ, ਰਾਜਪਥ ਤੇ ਸਾਡੇ ਦੇਸ਼ ਦੇ ਅਲੱਗ-ਅਲੱਗ ਸਟੇਟਸ ਦੀਆਂ ਝਾਕੀਆਂ ਨਿਕਾਲੀਆਂ ਜਾ ਰਹੀਆਂ ਸੀ। ਉਸੇ ਟਾਈਮ ਦਿੱਲੀ ਦੇ ਕਸਤੂਰਬਾ ਨਗਰ ਵਿੱਚ ਇੱਕ ਲੜਕੀ ਨੂੰ ਕਿਡਨੈਪ ਕੀਤਾ ਗਿਆ, ਟੌਰਚਰ ਕੀਤਾ ਗਿਆ ਐਂਡ ਬਾਅਦ ਵਿੱਚ ਉਸਦਾ ਗੈਂਗ ਰੇਪ ਕੀਤਾ ਗਿਆ। ਐਂਡ ਗੱਲ ਇੱਥੇ ਹੀ ਨਹੀਂ ਰਹੀ, ਉਸਦੇ ਫੇਸ ਨੂੰ ਕਾਲਾ ਕੀਤਾ ਗਿਆ, ਜੁੱਤੀਆਂ ਦਾ ਹਾਰ ਪਹਿਨਾਇਆ ਗਿਆ ਐਂਡ ਬਾਲ ਵੀ ਕੱਟ ਕੇ ਉਸਦੀ ਸਾਰੇ ਲੋਕਾਂ ਦੇ ਸਾਹਮਣੇ ਪਰੇਡ ਨਿਕਾਲੀ ਗਈ। ਐਂਡ ਇਹ ਸਭ ਉਹਨਾਂ ਲੋਕਾਂ ਦੁਆਰਾ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਬੇਟੇ ਨੇ ਇਸੇ ਲੜਕੀ ਦੇ ਕਰਕੇ ਸੁਸਾਈਡ ਕੀਤਾ ਹੈ। ਇਸ ਸਪੈਸੀਫਿਕ ਕੇਸ ਵਿੱਚ ਇੱਕ ਗੱਲ ਜੋ ਸਾਹਮਣੇ ਆਈ ਉਹ ਮੈਨੂੰ ਬਹੁਤ ਹੀ ਸ਼ੌਕਿੰਗ ਲੱਗੀ ਕਿ ਇਹ ਸਾਰਾ ਕੁਝ ਡੇ ਲਾਈਟ ਵਿੱਚ ਹੋਇਆ, ਸਾਰੇ ਲੋਕਾਂ ਦੇ ਸਾਹਮਣੇ ਹੋਇਆ, ਬਟ ਕਿਸੇ ਨੇ ਵੀ ਆਪਣੀ ਆਵਾਜ਼ ਨਹੀਂ ਉਠਾਈ, ਜਿਸ ਨਾਲ ਇਹ ਇਨਸੀਡੈਂਟ ਸਾਰੀ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ। ਵੈਸੇ ਹੁਣ ਤੱਕ ਸਾਰੇ 12 ਅਕਿਊਜ਼ ਜਿਨ੍ਹਾਂ ਨੇ ਇਹ ਘਿਨੌਨਾ ਕੰਮ ਕੀਤਾ ਸੀ, ਜਿਸ ਵਿੱਚ ਜੁਵੇਨਾਈਲ ਐਂਡ ਕੁਝ ਔਰਤਾਂ ਵੀ ਇਨਵੋਲਵ ਸੀ, ਸਾਰੇ ਅਰੈਸਟ ਹੋ ਚੁੱਕੇ ਨੇ ਐਂਡ ਹੁਣ ਉਹਨਾਂ ਤੇ ਕਾਨੂੰਨੀ ਕਾਰਵਾਈ ਚੱਲੇਗੀ। ਇਸ ਕੇਸ ਨੂੰ ਹਾਈਲਾਈਟ ਐਂਡ ਕੁਇਕ ਪੁਲਿਸ ਐਕਸ਼ਨ ਲਈ ਸਿੱਖ ਕਮਿਊਨਿਟੀ ਨੇ ਵੀ ਐਜ਼ ਅ ਪ੍ਰੈਸ਼ਰ ਗਰੁੱਪ ਦਾ ਕੰਮ ਕੀਤਾ, ਜੋ ਕਿ ਤਾਰੀਫਯੋਗ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਕ੍ਰਾਈਮ ਅਗੇਂਸਟ ਵੂਮਨ ਦੇ ਵਿੱਚ ਇੰਡੀਆ ਕਿੱਥੇ ਖੜਾ ਹੈ ਐਂਡ ਕਿਉਂ ਸਾਡੇ ਦੇਸ਼ ਦੇ ਵਿੱਚ ਅੱਜ ਵੀ ਇੰਨੇ ਜ਼ਿਆਦਾ ਰੇਪਸ ਹੁੰਦੇ ਨੇ ਐਂਡ ਇਸ ਵਿੱਚ ਸਾਡੇ ਸਮਾਜ ਦਾ ਐਂਡ ਮੂਵੀ ਇੰਡਸਟਰੀ ਦਾ ਕੀ ਰੋਲ ਹੈ। ਨਾਲ ਦੇ ਨਾਲ ਦੇਖਾਂਗੇ ਕਿ ਰੇਪ ਵਰਗੇ ਕ੍ਰਾਈਮ ਲਈ ਸਾਡੇ ਦੇਸ਼ ਦੇ ਵਿੱਚ ਇੰਨੇ ਸਟ੍ਰਿਕਟ ਲਾਅ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਵਿੱਚ ਇਹ ਰੇਪ ਰੋਕ ਕਿਉਂ ਨਹੀਂ ਰਹੇ ਐਂਡ ਜਦ ਵੀ ਸਾਡੇ ਦੇਸ਼ ਵਿੱਚ ਕਿਸੇ ਲੜਕੀ ਦਾ ਰੇਪ ਹੁੰਦਾ ਹੈ ਤਾਂ ਸਾਡੇ ਦੇਸ਼ ਵਿੱਚ ਇੱਕ ਪਪੂਲਰ ਡਿਮਾਂਡ ਉੱਠਦੀ ਹੈ ਕਿ ਸਾਡੇ ਦੇਸ਼ ਵਿੱਚ ਵੀ ਅਰਬ ਕੰਟਰੀਜ਼ ਵਰਗੇ ਲਾਅ ਹੋਣੇ ਚਾਹੀਦੇ ਆ। ਸੋ ਜਾਣਾਂਗੇ ਅਰਬ ਕੰਟਰੀ ਦੇ ਲਾਅ ਐਂਡ ਉਹਨਾਂ ਦੇ ਵਿੱਚ ਕੀ ਪ੍ਰੋਬਲਮਸ ਨੇ ਐਂਡ ਲਾਸਟ 'ਚ ਦੇਖਾਂਗੇ ਕਿ ਕਿਵੇਂ ਇੱਕ ਲੜਕੀ ਨਾਲ ਹੋਏ ਰੇਪ ਨੂੰ ਪ੍ਰੋਪੇਗੈਂਡਾ ਕਰਨ ਵਾਲੇ ਆਪਣੇ ਧਰਮ ਤੇ ਕਾਸਟ ਦੇ ਨਾਲ ਜੋੜਦੇ ਨੇ ਤੇ ਕਿਵੇਂ ਆਪਣਾ ਪ੍ਰੋਪੇਗੈਂਡਾ ਕਰਦੇ ਨੇ। ਸੋ ਜਾਣਦੇ ਹਾਂ ਇਹ ਸਭ ਕੁਝ ਅੱਜ ਦੀ इस वीडियो में। दिल्ली में शर्मसार करने वाली घटना सामने आई। 20 साल की लड़की के साथ गैंगरेप हुआ। Another gang rape, another death, and once again, cruel apathy of the system. यूपी के उन्नाव में गैंगरेप पीड़ित लड़की को आरोपियों ने जिंदा जलाने की कोशिश की। जमानत पर रिहा होकर आए थे आरोपी। Despite all the tall promises, thousands of rape victims in India still being denied justice. 16-year-old girl was allegedly raped by 400 people. That's right, 400 people in the last 6 months in Beed district. औरत को देखा ही उसी नजर से जाता है, लड़कियों को देखा ही उस नजर से जाता है कि ये है तो सिर्फ ये इसीलिए है और किसी लिए नहीं है। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹ ਸ਼ਬਦ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਸਾਡੇ ਸਮਾਜ ਨੂੰ ਇਹਨਾਂ ਸ਼ਬਦਾਂ ਤੋਂ ਕੁਝ ਸਿੱਖਣਾ ਵੀ ਚਾਹੀਦਾ ਹੈ। ਅਸੀਂ ਅਗਰ ਰਿਐਲਿਟੀ 'ਚ ਦੇਖੀਏ ਤੇ ਜੋ ਸਮਾਜ ਦੇ ਵਿੱਚ ਇੱਕ ਔਰਤ ਦਾ ਸਟੇਟਸ ਹੋਣਾ ਚਾਹੀਦਾ ਹੈ ਉਹ ਸ਼ਾਇਦ ਨਹੀਂ ਹੈ। ਇਸ ਲਈ ਅਸੀਂ ਦੇਖਦੇ ਹਾਂ ਕਿ ਇੱਕ ਔਰਤ ਉੱਪਰ ਉਸਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਉਸਦੇ ਬੁਢਾਪੇ ਦੀ ਉਮਰ ਤੱਕ ਬਹੁਤ ਸਾਰੇ ਅਤਿਆਚਾਰ ਹੁੰਦੇ ਨੇ। ਆਪਾਂ ਦੇਖ ਸਕਦੇ ਹਾਂ ਪ੍ਰੀ ਬਰਥ ਟਾਈਮ ਸੈਕਸ ਸਿਲੈਕਟਿਵ ਅਬੋਰਸ਼ਨ ਹੁੰਦੇ ਨੇ ਐਂਡ ਅਗਰ ਲੜਕੀ ਦਾ ਬਰਥ ਹੋ ਜਾਂਦਾ ਹੈ ਤੇ ਅਸੀਂ ਫੀਮੇਲ ਇਨਫੈਂਟੀਸਾਈਡ ਦੇਖਦੇ ਹਾਂ, ਜਿਸ ਵਿੱਚ ਇੱਕ ਨਿਊਲੀ ਬੋਰਨ ਬੇਬੀ ਨੂੰ ਸਿਰਫ ਇਸੇ ਲਈ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਇੱਕ ਲੜਕੀ ਹੈ। ਐਂਡ ਕੁੜੀਆਂ ਤੇ ਅਤਿਆਚਾਰ ਇੱਥੇ ਹੀ ਖਤਮ ਨਹੀਂ ਹੁੰਦੇ ਬਲਕਿ ਇੱਥੋਂ ਹੀ ਸਟਾਰਟ ਹੁੰਦੇ ਨੇ। ਇੱਕ ਕੁੜੀ ਨੂੰ ਆਪਣੇ ਚਾਈਲਡਹੁੱਡ 'ਚ ਚਾਈਲਡ ਮੈਰਿਜ, ਸੈਕਸ਼ੂਅਲ ਅਬਿਊਜ਼, ਸਾਈਕੋਲੋਜੀਕਲ ਅਬਿਊਜ਼ ਬਾਈ ਫੈਮਿਲੀ ਐਂਡ ਸਟ੍ਰੇਂਜਰਸ, ਡਿਫਰੈਂਸ਼ੀਅਲ ਐਕਸੈਸ ਟੂ ਕੇਅਰ, ਨਿਊਟ੍ਰੀਸ਼ਨ, ਐਜੂਕੇਸ਼ਨ ਮਿਲਦਾ ਹੈ। ਹੁਣ ਤੁਹਾਡੇ 'ਚ ਕਿੰਨੇ ਜਣਿਆਂ ਨੂੰ ਲੱਗਦਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਕੁੜੀ ਨੂੰ ਓਪਰਚੁਨਿਟੀਜ਼ ਘੱਟ ਮਿਲਦੀਆਂ ਨੇ ਕੰਪੈਰੀਟਿਵਲੀ ਉਸਦੇ ਬ੍ਰਦਰ ਦੇ? ਲੈਟ ਮੀ ਨੋ ਇਨ ਦ ਕਮੈਂਟ ਸੈਕਸ਼ਨ ਬਿਲੋ। ਇਸ ਤੋਂ ਬਾਅਦ ਜਦ ਇੱਕ ਕੁੜੀ ਆਪਣੀ ਐਡੋਲੈਸੈਂਟ ਏਜ ਦੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਫੇਸ ਕਰਨਾ ਪੈਂਦਾ ਹੈ ਫੋਰਸਡ ਪ੍ਰੋਸਟੀਟਿਊਸ਼ਨ, ਰੇਪ, ਮੋਲੈਸਟੇਸ਼ਨ, ਕਿਡਨੈਪਿੰਗ, ਟ੍ਰੈਫਿਕਿੰਗ, ਵੋਇਰਿਜ਼ਮ, ਸਟਾਕਿੰਗ। ਇਸ ਤੋਂ ਬਾਅਦ ਅਡਲਟਹੁੱਡ 'ਚ ਡੋਮੈਸਟਿਕ ਵਾਇਲੈਂਸ, ਮੈਰਿਟਲ ਰੇਪ, ਡਾਊਰੀ ਵਾਇਲੈਂਸ, ਡਿਜ਼ਰਸ਼ਨ, ਪਾਰਟਨਰ ਹੋਮਿਸਾਈਡ, ਐਸਿਡ ਅਟੈਕਸ, ਸੈਕਸ਼ੂਅਲ ਹਰਾਸਮੈਂਟ ਐਟ ਦ ਵਰਕਪਲੇਸ ਐਂਡ ਇਹ ਸਭ ਅਗੇਨ ਇੱਥੇ ਹੀ ਖਤਮ ਨਹੀਂ ਹੁੰਦਾ। ਇੱਕ ਔਰਤ ਨੂੰ ਆਪਣੇ ਬੁਢਾਪੇ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ, ਜਿਵੇਂ ਅਬਿਊਜ਼ ਆਫ ਵਿਡੋਜ਼, ਲੈਕ ਆਫ ਐਕਸੈਸ ਟੂ ਕੇਅਰ, ਨਿਊਟ੍ਰੀਸ਼ਨ ਐਂਡ ਮੈਡੀਕਲ ਫੈਸਿਲਿਟੀਜ਼, ਬਿਕੋਜ਼ ਕਈਆਂ ਦੇ ਬੱਚੇ ਹੀ ਆਪਣੇ ਮਾਂ-ਬਾਪ ਨੂੰ ਘਰੋਂ ਨਿਕਾਲ ਦਿੰਦੇ ਨੇ ਜਾਂ ਛੱਡ ਕੇ ਚਲੇ ਜਾਂਦੇ ਨੇ। ਸੋ ਆਪਾਂ ਇੱਥੋਂ ਹੀ ਦੇਖ ਸਕਦੇ ਹਾਂ ਕਿ ਇੱਕ ਔਰਤ ਨੂੰ ਆਪਣੇ ਪੂਰੀ ਲਾਈਫ ਸਾਈਕਲ ਦੇ ਵਿੱਚ ਕਿੰਨਾ ਅਬਿਊਜ਼ ਸਹਿਣਾ ਪੈਂਦਾ ਹੈ। ਅੱਜ ਆਪਾਂ ਔਰਤਾਂ ਨਾਲ ਜੁੜੇ ਇਹਨਾਂ ਸਾਰੇ ਇਸ਼ੂਜ਼ ਨੂੰ ਤਾਂ ਡਿਸਕਸ ਨਹੀਂ ਕਰ ਸਕਦੇ, ਬਟ ਅੱਜ ਆਪਾਂ ਸਿਰਫ ਰੇਪ ਕੇਸ ਨੂੰ ਦੇਖਾਂਗੇ ਐਂਡ ਦੇਖਾਂਗੇ ਕਿ ਇਹਨਾਂ ਦੇ ਪੋਸੀਬਲ ਸੋਲੂਸ਼ਨਸ ਕੀ ਹੋ ਸਕਦੇ ਨੇ। ਐਨਸੀਆਰਬੀ ਦੀ 2020 ਦੀ ਰਿਪੋਰਟ ਕ੍ਰਾਈਮ ਅਗੇਂਸਟ ਵੂਮਨ ਦੇ ਅਕੋਰਡਿੰਗ ਇੰਡੀਆ ਵਿੱਚ 3,71,503 ਕੇਸਿਸ ਰਿਪੋਰਟ ਕੀਤੇ ਗਏ ਐਂਡ ਇਹਨਾਂ ਕੇਸਿਸ ਵਿੱਚ 28,046 ਇਨਸੀਡੈਂਟ ਰੇਪ ਕੇਸਿਸ ਦੇ ਸੀ। ਰਿਪੋਰਟ 'ਚ ਫਰਦਰ ਦੱਸਿਆ ਗਿਆ ਹੈ ਕਿ 33% ਮੈਰਿਡ ਵੂਮਨ ਨੇ ਐਕਸਪੀਰੀਅੰਸ ਕੀਤਾ ਹੈ ਫਿਜ਼ੀਕਲ, ਸੈਕਸ਼ੂਅਲ ਔਰ ਇਮੋਸ਼ਨਲ ਵਾਇਲੈਂਸ ਐਂਡ 26% ਨੇ ਇਹਨਾਂ ਵਿੱਚੋਂ ਕਿਸੇ ਇੱਕ ਟਾਈਪ ਦਾ ਵਾਇਲੈਂਸ ਫੇਸ ਕੀਤਾ ਹੈ ਲਾਸਟ 12 ਮੰਥਸ 'ਚ। ਇੱਥੋਂ ਹੀ ਅਸੀਂ ਦੇਖ ਸਕਦੇ ਹਾਂ ਕਿ ਔਰਤਾਂ ਖਿਲਾਫ ਕਿੰਨੇ ਕ੍ਰਾਈਮ ਹੁੰਦੇ ਨੇ। ਇੰਡੀਆ ਵਿੱਚ ਹਰ ਦਿਨ ਔਨ ਐਨ ਐਵਰੇਜ 77 ਰੇਪ ਕੇਸਿਸ ਰਿਪੋਰਟ ਕੀਤੇ ਜਾਂਦੇ ਨੇ ਐਂਡ ਇਹ ਤੇ ਸਿਰਫ ਉਹ ਕੇਸ ਨੇ ਜੋ ਰਿਪੋਰਟ ਹੁੰਦੇ ਨੇ। ਕਈ ਕੇਸਿਸ ਈਵਨ ਤੇ ਰਿਪੋਰਟ ਵੀ ਨਹੀਂ ਹੁੰਦੇ ਬਿਕੋਜ਼ ਆਫ ਫੈਮਿਲੀ ਪ੍ਰੈਸ਼ਰ ਔਰ ਸਮ ਅਦਰ ਰੀਜ਼ਨ। ਹੁਣ ਇੱਥੇ ਬੜਾ ਸੀਰੀਅਸ ਕੁਐਸਚਨ ਸਾਹਮਣੇ ਆਉਂਦਾ ਹੈ, Why men rape? 14 साल की 15 साल की लड़की हो जाए उसका बाद में बलात्कार नहीं कहा जा। कहावत है कि एक हाथ से ताली नहीं बजती, दोनों बातें बीच बात से। हाँ, रेप की केसेस में भी लड़कियों की गलती होती है। लड़कियों की भी तो कुछ गलती होगी जब भी तो रेप होया। जब तक इनका खुला रहेगा तो बलात्कार ही होना है, हर किसी का मूड खराब होगा। इतनी बड़ी बड़ी कच्ची पहन के घूमती है मतलब। अरे तेरे रेप क्या कर रही है, वो तो तेरा हस्बैंड है, उसका पूरा हक है तेरे पे। गुरु ग्रंथ साहब के सामने ਆਪਾਂ ਫੇਰੇ ਲਏ ਆ, 4 ਲਾਵਾਂ ਲਈਆਂ ਆਪਾਂ ਤੇ ਫਿਰ ਆਪਾਂ ਦੇ ਲਾਇਸੈंस ਬਣ ਗਿਆ ਨਾ। जब जो रेप कहती है ना मेरे साथ किया है तो फिर 4 पीछे से बोलती हैं मी आल्सो #MeToo। हाँ मी टू ये क्या है, व्हाट इज दिस नॉनसेंस? सहमति नहीं होती सेक्स के अंदर। चलो तो उनसे औरतों से पूछ लो ये भाई तेरा रेप करा है, किसी और का करके आया, किसी और का करके आया है तो भी मर्द है वो तो, और तेरा करा है तो भी मर्द है वो तो। तालियां बेटा दोनों एक तरफ से बजती है, एक तरफ से नहीं बजेगी। घर की लक्ष्मी घर में ही रहती है, अच्छा रहता है।
ਆਈ ਨੋ ਹੁਣ ਤੁਸੀਂ ਸਾਰਿਆਂ ਨੇ ਸੋਚ ਰਹੇ ਹੋ ਕਿ ਇਹ ਕਿਹੋ ਜਿਹਾ ਸਿਲੀ ਕੁਐਸਚਨ ਹੈ ਕਿ ਵਾਈ ਮੈਨ ਰੇਪ, ਕਿ ਭਾਜੀ ਤੁਹਾਨੂੰ ਨਹੀਂ ਪਤਾ ਕਿ ਲਾਈਕ ਮਰਦ ਰੇਪ ਕਿਉਂ ਕਰਦੇ ਨੇ? ਮਰਦ ਰੇਪ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਹਵਸ ਦੇ ਭਰੇ ਹੋਏ ਨੇ ਐਂਡ ਆਲ ਦੇ ਵਾਂਟ ਇਜ਼ ਸੈਕਸ, ਦੈਟਸ ਇਟ। ਅਗਰ ਤੁਸੀਂ ਵੀ ਇਹੀ ਸੋਚਦੇ ਹੋ ਦੈਨ ਯੂ ਆਰ ਰੋਂਗ। ਹਵਸ ਜਾਂ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਵਨ ਆਫ ਦਾ ਰੀਜ਼ਨ ਹੋ ਸਕਦਾ ਹੈ ਰੇਪ ਦਾ, ਬਟ ਇਹ ਇਕਲੌਤਾ ਰੀਜ਼ਨ ਨਹੀਂ ਹੁੰਦਾ ਰੇਪ ਦਾ। ਕੋਈ ਇਨਸਾਨ ਰੇਪ ਕਿਉਂ ਅਟੈਂਪਟ ਕਰਦਾ ਹੈ, ਇਸ ਦੇ ਮੇਨਲੀ ਦੋ ਰੀਜ਼ਨ ਹੋ ਸਕਦੇ ਆ। ਫਰਸਟ, ਉਸਦੇ ਦਿਮਾਗ ਦੀ ਇੰਟਰਨਲ ਕੰਡੀਸ਼ਨ ਕੀ ਹੈ, ਐਂਡ ਸੈਕੰਡਲੀ ਸਾਡੇ ਸਮਾਜ ਦਾ, ਸਾਡੇ ਮੀਡੀਆ ਦਾ ਉਸਦੇ ਉੱਪਰ ਕੀ ਇੰਪੈਕਟ ਹੈ। ਫਰਸਟ ਆਪਾਂ ਦੇਖਦੇ ਹਾਂ ਉਸਦੇ ਦਿਮਾਗ ਦੀ ਇੰਟਰਨਲ ਕੰਡੀਸ਼ਨ ਨੂੰ। ਰੇਪ ਵਰਗੇ ਕ੍ਰਾਈਮ ਨੂੰ ਲੈ ਕੇ ਬਹੁਤ ਸਾਰੀਆਂ ਸਟੱਡੀਜ਼ ਹੋਈਆਂ ਨੇ ਐਂਡ ਹੁਣ ਸਾਡੇ ਕੋਲ ਰੇਪਿਸ ਦੇ ਮਾਈਂਡਸੈਟ ਜਾਣਨ ਲਈ 3 ਥਿਊਰੀਜ਼ ਅਵੇਲੇਬਲ ਨੇ। ਹਾਵਰਡ ਬਾਰਬਰੀ ਜੋ ਕਿ ਇੱਕ ਸਾਈਕੋਲੋਜਿਸਟ ਨੇ ਐਟ ਕੁਈਨ ਯੂਨੀਵਰਸਿਟੀ ਓਨਟਾਰੀਓ ਵਿੱਚ, ਉਹਨਾਂ ਨੇ ਰੇਪਿਸ ਨੂੰ 5 ਕੈਟੇਗਰੀਜ਼ ਵਿੱਚ ਡਿਵਾਈਡ ਕੀਤਾ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੋਸਟ ਰੇਪ ਜਿਹੜੇ ਹੁੰਦੇ ਆ ਉਹ ਇੰਪਲਸਿਵ ਐਂਡ ਓਪਰਚੁਨਿਟਿਸਟਿਕ ਹੁੰਦੇ ਆ। ਇਸ ਦੇ ਵਿੱਚ ਰੇਪਿਸਟ ਘੱਟ ਐਂਗਰ ਸ਼ੋ ਕਰਦਾ ਹੈ ਐਂਡ ਹਮੇਸ਼ਾ ਓਪਰਚੁਨਿਟੀ ਦੀ ਭਾਲ ਕਰਦਾ ਹੈ। ਲਾਈਕ ਅਗਰ ਉਸ ਕੋਲ ਓਪਰਚੁਨਿਟੀ ਨਹੀਂ ਹੋਏਗੀ ਤੇ ਉਹ ਰੇਪ ਬਾਰੇ ਸੋਚੇਗਾ ਵੀ ਨਹੀਂ। ਬਾਕੀ ਇਸ ਦੀ ਐਗਜ਼ਾਮਪਲ ਆਪਾਂ ਵੀਡੀਓ ਦੇ ਵਿੱਚ ਅੱਗੇ ਦੇਖਾਂਗੇ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਪਾਵਰ ਰੇਪਿਸਟ ਦਾ। ਇਸ ਵਿੱਚ ਰੇਪਿਸਟ ਰੇਪ ਨੂੰ ਇੱਕ ਹਥਿਆਰ ਬਣਾਉਂਦਾ ਹੈ ਆਪਣੇ ਅੰਦਰ ਦੀਆਂ ਦਬੀਆਂ ਹੋਈਆਂ ਫੀਲਿੰਗਸ ਨੂੰ ਬਾਹਰ ਕੱਢਣ ਦੇ ਲਈ ਐਂਡ ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਉਸਨੇ ਆਪਣੇ ਦਿਮਾਗ ਅੰਦਰ ਸੈਕਸ਼ੂਅਲ ਫੈਂਟੇਸੀਜ਼ ਬਣਾਈਆਂ ਹੁੰਦੀਆਂ ਨੇ ਆਪੋਜ਼ਿਟ ਸੈਕਸ ਬਾਰੇ। ਇਸ ਟਾਈਪ ਦੇ ਰੇਪਿਸਟ ਦੇ ਰੇਪ ਕਰਨ ਦਾ ਆਬਜੈਕਟਿਵ ਹੁੰਦਾ ਹੈ ਮਾਸਟਰੀ, ਕੰਟਰੋਲ, ਸਟਰੈਂਥ ਐਂਡ ਅਥਾਰਟੀ ਜਮਾਉਣਾ ਕਿਸੇ ਕਮਜ਼ੋਰ ਉੱਪਰ। ਇਸ ਟਾਈਪ ਦੇ ਰੇਪਿਸਟ ਨੂੰ ਲੱਗਦਾ ਹੈ ਕਿ ਵਿਕਟਮ ਰੇਪ ਦੇ ਪ੍ਰੋਸੈਸ ਨੂੰ ਇੰਜੋਏ ਕਰ ਰਿਹਾ ਹੈ ਐਂਡ ਮੇਬੀ ਫਿਊਚਰ ਦੇ ਵਿੱਚ ਉਹ ਵਿਕਟਮ ਦੁਬਾਰਾ ਤੋਂ ਉਸ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਕਰਨਾ ਚਾਹੇ। ਇਸ ਲਈ ਇਸ ਟਾਈਪ ਦੇ ਰੇਪ ਕੇਸਿਸ ਦੇ ਵਿੱਚ ਸਭ ਤੋਂ ਘੱਟ ਫੋਰਸ ਯੂਜ਼ ਕੀਤੀ ਜਾਂਦੀ ਹੈ ਰੇਪਿਸਟ ਦੁਆਰਾ ਐਂਡ ਇਨ ਕੇਸ ਵਿਕਟਮ ਫਿਜ਼ੀਕਲੀ ਸਟਰੋਂਗ ਹੋਵੇ ਐਂਡ ਓਵਰਪਾਵਰ ਕਰਦੇ ਰੇਪਿਸਟ ਨੂੰ ਤੇ ਰੇਪਿਸਟ ਰੇਪ ਅਟੈਂਪਟ ਕਰਦੇ ਵੀ ਨਹੀਂ ਸੋਚਦਾ। ਫੋਰਥ ਕੈਟੇਗਰੀ ਹੁੰਦੀ ਹੈ ਵਿੰਡਿਕਟਿਵ ਰੇਪਿਸਟ ਦੀ। ਇਸ ਵਿੱਚ ਰੇਪਿਸਟ ਰੇਪ ਕਰਨ ਤੋਂ ਇਲਾਵਾ ਵਿਕਟਮ ਨੂੰ ਹਾਰਮ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਐਂਡ ਉਸ ਨੂੰ ਹਿਊਮਿਲੇਟ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਤੋਂ ਬਾਅਦ ਫਿਫਥ ਕੈਟੇਗਰੀ ਹੁੰਦੀ ਹੈ ਐਂਗਰ ਰੇਪਿਸਟ ਦੀ। ਇਸ ਟਾਈਪ ਦੇ ਰੇਪਿਸਟ ਨੂੰ ਦੁਨੀਆ ਦੀ ਹਰ ਇੱਕ ਗੱਲ ਤੋਂ ਪ੍ਰੋਬਲਮ ਹੁੰਦੀ ਹੈ ਐਂਡ ਗੁੱਸਾ ਹੁੰਦਾ ਹੈ ਐਂਡ ਇਹ ਜਿਹੜਾ ਸਾਰਾ ਗੁੱਸਾ ਉਹਦੇ ਅੰਦਰ ਭਰਿਆ ਹੁੰਦਾ ਹੈ ਇਹ ਵਿਕਟਮ ਦੇ ਉੱਤੇ ਉਤਾਰਦਾ ਹੈ ਐਂਡ ਇਨ ਕੇਸ ਅਗਰ ਇਹ ਗੁੱਸਾ ਕਿਸੇ ਪਾਰਟਿਕੂਲਰ ਇਨਸਾਨ ਤੇ ਹੋਵੇ ਤੇ ਇਸ ਦੇ ਕਨਸੀਕੁਐਂਸਸ ਬੜੇ ਭਿਆਨਕ ਵੀ ਹੋ ਸਕਦੇ ਨੇ। ਲਾਈਕ ਰੇਪਿਸਟ ਰੇਪ ਕਰਨ ਤੋਂ ਇਲਾਵਾ ਉਸ ਨੂੰ ਫਿਜ਼ੀਕਲੀ ਟਾਰਚਰ ਵੀ ਕਰਦਾ ਹੈ। ਦਿੱਲੀ ਦੇ ਕਸਤੂਰਬਾ ਨਗਰ ਵਿੱਚ ਜੋ ਰੇਪ ਕੇਸ ਹੋਇਆ ਉਸ ਨੂੰ ਮੈਂ ਇਸ ਕੈਟੇਗਰੀ 'ਚ ਰੱਖਾਂਗਾ ਕਿਉਂਕਿ ਇਸ ਦੇ ਵਿੱਚ ਲੜਕੇ ਦੇ ਪਰਿਵਾਰ ਵਾਲੇ ਨੂੰ ਰਿਵੈਂਜ ਲੈਣਾ ਸੀ ਲੜਕੀ ਤੋਂ। ਇਸ ਲਈ ਉਹਨਾਂ ਨੇ ਲੜਕੀ ਨੂੰ ਪਹਿਲਾਂ ਟਾਰਚਰ ਕੀਤਾ, ਹਿਊਮਿਲੇਟ ਕੀਤਾ ਐਂਡ ਬਾਅਦ ਵਿੱਚ ਉਹਦਾ ਰੇਪ ਕੀਤਾ। ਹੁਣ ਇਹ ਆਪਾਂ ਦੇਖ ਸਕਦੇ ਹਾਂ ਕਿ ਦਿੱਲੀ ਦੇ ਕਸਤੂਰਬਾ ਨਗਰ 'ਚ ਜੋ ਰੇਪ ਹੋਇਆ ਸੀ ਇਸ ਦੇ ਵਿੱਚ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਮੋਟਿਵ ਨਹੀਂ ਸੀ ਬਲਕਿ ਰਿਵੈਂਜ ਲੈਣਾ ਮੋਟਿਵ ਸੀ। ਇਹ ਤੇ ਗੱਲ ਹੋ ਗਈ ਬਾਰਬਰੀ ਟਾਈਪੋਲੋਜੀ ਦੀ। ਇਸ ਤੋਂ ਬਾਅਦ ਗ੍ਰੋਥ ਨੇ ਵੀ ਆਪਣੀ ਥਿਊਰੀ ਦਿੱਤੀ ਹੈ ਜਿਸ ਵਿੱਚ ਉਹ ਵੀ ਪਾਵਰ ਰੇਪਿਸਟ ਐਂਡ ਐਂਗਰ ਰੇਪਿਸਟ ਬਾਰੇ ਗੱਲ ਕਰਦੇ ਆ ਬਟ ਇਸ ਦੇ ਨਾਲ ਉਹ ਇੱਕ ਹੋਰ ਕੈਟੇਗਰੀ ਐਡ ਕਰਦੇ ਆ ਜੋ ਕਿ ਹੈ ਸੈਡਿਸਟਿਕ ਰੇਪਿਸਟ ਦੀ। ਗ੍ਰੋਥ ਨੇ ਸੈਡਿਸਟਿਕ ਰੇਪਿਸਟ ਨੂੰ ਸਭ ਤੋਂ ਖਤਰਨਾਕ ਐਂਡ ਵਾਇਲੈਂਟ ਰੇਪਿਸਟ ਦੱਸਿਆ ਹੈ। ਅਕੋਰਡਿੰਗ ਟੂ ਨਿਕੋਲਸ ਗ੍ਰੋਥ ਇਸ ਕੈਟੇਗਰੀ ਦੇ ਰੇਪਿਸਟ ਨੂੰ ਸਿੰਪਲ ਰੇਪ ਤੋਂ ਮਜ਼ਾ ਨਹੀਂ ਆਉਂਦਾ, ਉਸ ਨੂੰ ਮਜ਼ਾ ਆਉਂਦਾ ਹੈ ਵਿਕਟਮ ਨੂੰ ਐਕਸਟ੍ਰੀਮ ਪੇਨ ਦੇ ਕੇ। ਇਸ ਦੀ ਐਗਜ਼ਾਮਪਲ ਅਸੀਂ ਨਿਰਭਇਆ ਕੇਸ ਤੋਂ ਲੈ ਸਕਦੇ ਹਾਂ। ਨਿਰਭਇਆ ਦਾ ਰੇਪ ਕਰਨ ਤੋਂ ਬਾਅਦ ਵੀ ਉਹਨਾਂ ਦੇ ਰੇਪਿਸਟ ਨੂੰ ਸੈਟੀਸਫੈਕਸ਼ਨ ਨਹੀਂ ਮਿਲੀ, ਇਸੇ ਲਈ ਉਹਨਾਂ ਨੇ ਆਪਣੇ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਨੂੰ ਪੂਰਾ ਕਰਨ ਲਈ ਰੋਡ ਦਾ ਯੂਜ਼ ਕੀਤਾ ਐਂਡ ਅਸੀਂ ਇੱਥੋਂ ਹੀ ਇਮੇਜਿਨ ਕਰ ਸਕਦੇ ਹਾਂ ਕਿ ਕੁਝ ਰੇਪਿਸਟ ਨੂੰ ਸਿਰਫ ਸੈਕਸ ਹੀ ਨਹੀਂ ਚਾਹੀਦਾ ਹੁੰਦਾ, ਉਹਨਾਂ ਨੂੰ ਵਿਕਟਮ ਨੂੰ ਐਕਸਟ੍ਰੀਮ ਪੇਨ ਦੇਣ ਦੇ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ ਐਂਡ ਇਹੀ ਪੇਨ ਉਹਨਾਂ ਦੀ ਫੈਂਟੇਸੀ ਹੁੰਦੀ ਹੈ। ਇਸ ਟੌਪਿਕ ਉੱਪਰ ਇੱਕ ਮੂਵੀ ਵੀ ਬਣੀ ਸੀ ਮਰਡਰ 2 ਨਾਮ ਦੀ। ਇਸ ਵਿੱਚ ਵੀ ਰੇਪਿਸਟ ਸੀਰੀਅਲ ਰੇਪਸ ਅਟੈਂਪਟ ਕਰਦਾ ਹੈ ਈਵਨ ਕਿ ਉਹ ਰੇਪ ਕਰਨ ਦੇ ਕੈਪੇਬਲ ਵੀ ਨਹੀਂ ਹੁੰਦਾ ਬਟ ਫਿਰ ਵੀ ਉਹ ਲੜਕੀਆਂ ਨੂੰ ਪੇਨ ਦਿੰਦਾ ਹੈ, ਆਪਣੀ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਨੂੰ ਪੂਰਾ ਕਰਦਾ ਹੈ ਐਂਡ ਅਗਰ ਕਦੇ ਟਾਈਮ ਲੱਗੇ ਤਾਂ ਤੁਸੀਂ ਮਰਡਰ 2 ਨੂੰ ਸੈਡਿਸਟਿਕ ਰੇਪਿਸਟ ਦੇ ਪੁਆਇੰਟ ਆਫ ਵਿਊ ਤੋਂ ਵੀ ਦੇਖਿਓ। ਇਸ ਤੋਂ ਬਾਅਦ ਥਰਡ ਟਾਈਪੋਲੋਜੀ ਹੁੰਦੀ ਹੈ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਦੀ ਐਂਡ ਇਸ ਕੈਟੇਗਰੀ ਦੇ ਰੇਪਿਸਟ ਨੂੰ ਸਿਰਫ ਇੱਕੋ ਚੀਜ਼ ਚਾਹੀਦੀ ਹੁੰਦੀ ਹੈ ਐਂਡ ਉਹ ਹੈ ਸੈਕਸ, ਦੈਟਸ ਇਟ। ਐਂਡ ਇਹ ਮਾਈਂਡਸੈਟ ਇੱਕ ਰੇਪਿਸਟ ਦਾ ਇਸ ਲਈ ਬਣਦਾ ਹੈ ਕਿਉਂਕਿ ਉਹ ਜ਼ਿਆਦਾ ਸੋਸ਼ਲੀ ਇੰਗੇਜ ਨਹੀਂ ਕਰ ਪਾਉਂਦਾ ਲੋਕਾਂ ਦੇ ਨਾਲ ਐਂਡ ਜਿਹੜੀਆਂ ਉਹਦੀ ਡਿਜ਼ਾਇਰਸ ਨੇ ਸੈਕਸ ਨੂੰ ਲੈ ਕੇ ਉਹ ਪੂਰੀਆਂ ਨਹੀਂ ਹੋ ਪਾਉਂਦੀਆਂ, ਇਸੇ ਕਰਕੇ ਉਹ ਰੇਪ ਅਟੈਂਪਟ ਕਰਦਾ ਹੈ ਐਂਡ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਸਿਰਫ ਇਹੀ ਇੱਕ ਰੀਜ਼ਨ ਹੁੰਦਾ ਹੈ ਰੇਪ ਦਾ ਬਟ ਸੈਕਸ਼ੂਅਲ ਗ੍ਰੈਟੀਫਿਕੇਸ਼ਨ ਸਿਰਫ ਇੱਕ ਕਾਰਨ ਹੈ ਰੇਪਸ ਹੋਣ ਦਾ। ਸੋ ਇਹ ਨੇ ਰੇਪਿਸਟ ਦੇ ਦਿਮਾਗ ਦੀ ਇੰਟਰਨਲ ਕੰਡੀਸ਼ਨ ਜਿਸ ਕਰਕੇ ਉਹ ਰੇਪ ਅਟੈਂਪਟ ਕਰਦਾ ਹੈ। ਹੁਣ ਗੱਲ ਕਰਦੇ ਹਾਂ ਐਕਸਟਰਨਲ ਰੀਜ਼ਨ ਦੀ ਜਿਹਦੇ ਵਿੱਚ ਸਾਡੀ ਮੂਵੀ ਔਰ 뮤직 ਇੰਡਸਟਰੀ ਆ ਜਾਂਦੀ ਹੈ। ਪਲਾਟੋ ਜੋ ਕਿ ਐਂਸ਼ੀਐਂਟ ਗ੍ਰੀਸ ਦੇ ਗ੍ਰੇਟ ਫਿਲਾਸਫਰ ਰਹੇ ਨੇ, ਉਹਨਾਂ ਨੇ ਆਪਣੀ ਬੁੱਕ ਦਾ ਰਿਪਬਲਿਕ 'ਚ ਲਿਖਿਆ ਹੈ ਆਰਟ ਇਜ਼ ਪਾਵਰਫੁਲ ਦੇਅਰਫੋਰ ਡੇਂਜਰਸ। ਇਸ ਨੂੰ ਉਹਨਾਂ ਨੇ ਫਰਦਰ ਐਕਸਪਲੇਨ ਕੀਤਾ ਹੈ ਕਿ ਸਾਰੀਆਂ ਆਰਟ ਫਾਰਮਸ ਲੋਕਾਂ ਨੂੰ ਬਹੁਤ ਪਾਵਰਫੁਲੀ ਮੂਵ ਕਰਦੀਆਂ ਨੇ ਐਂਡ ਇਹ ਸਭ ਸਾਡੇ ਬਿਹੇਵੀਅਰ ਐਂਡ ਕੈਰੈਕਟਰ ਨੂੰ ਬਹੁਤ ਸਟਰੋਂਗਲੀ ਇਨਫਲੂਐਂਸ ਕਰਦੀਆਂ ਨੇ। ਇਸੇ ਕਰਕੇ 뮤직, ਪੋਇਟਰੀ, ਡਰਾਮਾ ਐਂਡ ਅਦਰ ਆਰਟ ਫਾਰਮਸ ਨੂੰ ਐਜੂਕੇਸ਼ਨ ਦਾ ਪਾਰਟ ਹੋਣਾ ਚਾਹੀਦਾ ਹੈ ਉਹਨਾਂ ਦੇ ਆਈਡਲ ਰਿਪਬਲਿਕ ਵਿੱਚ ਬਟ ਇਹਨਾਂ ਉੱਪਰ ਸਟ੍ਰਿਕਟ ਸੈਂਸਰਸ਼ਿਪ ਵੀ ਹੋਣੀ ਚਾਹੀਦੀ ਹੈ ਬਿਕੋਜ਼ ਆਰਟ ਫਾਰਮ ਕੋਈ ਮੂਵੀ ਹੋਏ ਜਾਂ ਕੋਈ Song ਹੋਵੇ ਇਸ ਦਾ ਡਾਇਰੈਕਟ ਇੰਪੈਕਟ ਸਾਡੇ ਕੈਰੈਕਟਰ ਤੇ ਪੈਂਦਾ ਹੈ। ਹੁਣ ਤੁਸੀਂ ਇਸ ਨੂੰ ਕੰਪੇਅਰ ਕਰੋ ਜੋ ਸਾਡੀਆਂ ਮੂਵੀਜ਼ ਵਿੱਚ ਜਾਂ ਸਾਡੇ Songs ਵਿੱਚ ਦਿਖਾਇਆ ਜਾਂਦਾ ਹੈ ਐਂਡ ਇਹ ਕੋਈ ਰੀਸੈਂਟ ਗੱਲ ਨਹੀਂ ਹੈ, ਇਹ ਸਭ ਕੁਝ 60s ਦੀਆਂ ਪੁਰਾਣੀ ਮੂਵੀਜ਼ ਤੋਂ ਹੀ ਚੱਲਦਾ ਆ ਰਿਹਾ ਹੈ। ਪੁਰਾਣੀਆਂ ਮੂਵੀ ਵਿੱਚ ਜ਼ਬਰਦਸਤੀ ਰੇਪ ਸੀਨ ਨੂੰ ਪਾਉਣਾ ਮੂਵੀ ਦੇ ਪਪੂਲਰ ਹੋਣ ਦਾ ਫਾਰਮੂਲਾ ਸੀ ਐਂਡ ਰੇਪ ਹੋਣ ਤੋਂ ਬਾਅਦ ਕਿਸੇ ਕੁੜੀ ਦਾ ਇਨਸਾਫ ਮੰਗਣ ਦੀ ਬਜਾਏ ਉਸਦੇ ਫੈਮਿਲੀ ਮੈਂਬਰ ਕੁੜੀ ਦੀ ਮੈਰਿਜ ਰੇਪਿਸਟ ਨਾਲ ਹੀ ਕਰਾਉਣ 'ਚ ਲੱਗ ਜਾਂਦੇ ਸੀ। ਇਸ ਦੀ ਐਗਜ਼ਾਮਪਲ ਅਸੀਂ 1993 ਦੀ ਭਾਗਯਵਾਨ ਮੂਵੀ ਦੇ ਇਸ ਸੀਨ ਤੋਂ ਦੇਖ ਸਕਦੇ ਹਾਂ। हमारी हवेली में मेरी बहन अपनी मेहनत बेचने आई थी, इज्जत नहीं, तुम्हें मेरी बहन के साथ शादी करनी होगी। 1996 ਦੇ ਵਿੱਚ ਰਾਜਾ ਕੀ ਆਏਗੀ ਬਰਾਤ ਮੂਵੀ ਆਈ ਸੀ ਐਂਡ ਸੱਚੀ ਦੱਸਾਂ ਇਹ ਮੂਵੀ ਮੈਨੂੰ ਬਚਪਨ 'ਚ ਪਸੰਦ ਵੀ ਸੀ ਬਟ ਇਸ ਦੇ ਵਿੱਚ ਵੀ ਰਾਣੀ ਮੁਖਰਜੀ ਦਾ ਰੇਪ ਹੋਣ ਤੋਂ ਬਾਅਦ ਉਹ ਰੇਪਿਸਟ ਨੂੰ ਉਸ ਨਾਲ ਮੈਰਿਜ ਕਰਨ ਦਾ ਆਰਡਰ ਦਿੰਦਾ ਹੈ। ਲਾਈਕ ਸੀਰੀਅਸਲੀ ਹੁਣ ਜਸਟ ਇਮੇਜਿਨ ਕਰੋ ਕਿ ਇਸ ਦੇ ਨਾਲ ਸੋਸਾਇਟੀ 'ਚ ਕੀ ਮੈਸੇਜ ਕੀ ਆਏਗਾ ਕਿ ਅਗਰ ਕੋਈ ਗਰਲ ਤੁਹਾਡਾ ਪ੍ਰਪੋਜ਼ਲ ਠੁਕਰਾ ਦਿੰਦੀ ਹੈ ਤੇ ਹੀਰੋ ਉਸ ਦਾ ਰੇਪ ਕਰ ਸਕਦਾ ਹੈ ਐਂਡ ਬਾਅਦ ਵਿੱਚ ਉਸ ਦੇ ਨਾਲ ਮੈਰਿਜ ਕਰਕੇ ਰੇਪ ਦੇ ਚਾਰजेस ਤੋਂ ਵੀ ਬਚ ਸਕਦਾ ਹੈ। ਅਗਰ ਇਹੋ ਜਿਹੇ ਮੈਸੇਜ ਸੋਸਾਇਟੀ ਨੂੰ ਮੂਵੀਜ਼ ਦੇ ਥਰੂ ਦਿੱਤੇ ਜਾਣਗੇ ਤੇ ਉਸ ਸੋਸਾਇਟੀ ਦੇ ਵਿੱਚ ਰੇਪਸ ਵਧਣਗੇ ਜਾਂ ਘਟਣਗੇ
ਤੁਸੀਂ ਦੱਸੋ। ਹੁਣ ਕਈ ਜਣੇ ਹੋਣੇ ਉਹ ਸੋਚ ਰਹੇ ਨੇ ਕਿ ਇਹ ਸਭ ਤੇ ਪੁਰਾਣੀਆਂ ਮੂਵੀਜ਼ 'ਚ ਹੁੰਦਾ ਸੀ, ਅੱਜ ਕੱਲ ਤੇ ਇਹ ਸਭ ਕੁਝ ਨਹੀਂ ਹੁੰਦਾ। ਸੋ ਤੁਹਾਡੇ ਲਈ ਫਰੈਸ਼ ਐਗਜ਼ਾਮਪਲ ਵੀ ਮੌਜੂਦ ਹੈ। ਆਈ ਥਿੰਕ ਤੁਸੀਂ ਗੰਦੀ ਬਾਤ Song ਸੁਣਿਆ ਹੈਗਾ, ਉਸਦੇ ਲਿਰਿਕਸ ਵੱਲ ਜਰਾ ਧਿਆਨ ਦਿਓ। ਹੀਰੋ ਕਹਿੰਦਾ ਹੈ ਬੀੜੀ ਪੀ ਕੇ ਨੁੱਕੜ पे वेट तेरा किया रे, ਖਾਲੀ ਪੀਲੀ ਖੁੱਲੜ में ਚਾय भी तो पिया रे। ਲਾਈਕ ਹੋਰ ਗੱਲਾਂ ਦੀ ਗੱਲਾਂ, ਮੁੰਡੇ 'ਚ ਪੇਸ਼ੈਂਸ ਤੇ ਹੈਗਾ ਵਾ, ਇਹ ਗੱਲ ਤੇ ਮੰਨਣੀ ਪਊਗੀ ਕਿ ਲਾਈਕ ਛੇੜਾ ਨਹੀਂ ਰਿਹਾ ਜੇ, ਸਿਰਫ ਸਟਾਕ ਕਰ ਰਿਹਾ ਵਾ, ਬਾਹਰ ਬੈਠਾ ਵਾ, ਚਾਹ ਪੀ ਰਿਹਾ ਵਾ, ਸ਼ਰਾਬ ਨਹੀਂ ਪੀ ਰਿਹਾ। ਸੋ ਐਪਰੀਸ਼ੀਏਟ ਕਰਨਾ ਚਾਹੀਦਾ ਸਾਨੂੰ। ਅੱਗੇ ਕਹਿੰਦਾ ਹੈ ABCD ਪੜ੍ਹ ਲਈ ਬਹੁਤ, ਮੁੰਡਾ ਪੜਿਆ ਲਿਖਿਆ ਵੀ ਹੈ। ठंडी आहें बर ली बहुत, अच्छी बातें कर ली बहुत, अब करूंगा तेरे साथ गंदी बात। मतलब लास्ट जाके ते मुंडे दे भी पेशेंस खत्म हो जाते ने। उसने वेट भी कर लिया, उसने पढ़ भी लिया, अच्छी बातें भी कर ली, बट फिर भी कुड़ी मन नहीं रही, अपना कंसेंट नहीं दे रही, ते हुण मुंडा करेगा गंदी बात, मींस रेप। एंड आयरनी इज साडे लोग एक कुड़ी दे रेप होने दी गल उत्ते नੱਚਣ ਲੱਗ ਜਾਂਦੇ ਆ। I don't have what to say। एंड ਇਹ ਸਭ ਇੱਥੇ ਖਤਮ ਨਹੀਂ ਹੁੰਦਾ, ਸਾਡੀ ਮੂਵੀਜ਼ ਰੇਪ ਨੂੰ ਐਜ਼ ਅ ਜੋਕ ਵੀ ਸਰਵ ਕਰਦੀ ਹੈ। 1984 ਵਿੱਚ ਤੋਹਫਾ ਮੂਵੀ ਆਈ ਸੀ ਜਿਸ ਵਿੱਚ ਸ਼ਕਤੀ ਕਪੂਰ ਰੇਪ ਨੂੰ ਐਜ਼ ਅ ਜੋਕ ਲੈਂਦਾ। मैं तुम्हारे साथ बलात्कार करूंगा, तुम्हारी इज्जत को लूट लूंगा। हाय तो लूटो ना। ਹੁਣ 3 ਇਡੀਅਟਸ ਦੇ ਸਾਹਮਣੇ ਦੇਖੀ ਹੋਏਗੀ, ਐਂਡ ਸਾਨੂੰ ਉਹ ਸੀਨ ਕਿੱਦਾਂ ਭੁੱਲ ਸਕਦਾ ਜਿਸ ਦੇ ਵਿੱਚ ਚਤੁਰ ਬਲਾਤਕਾਰ पे ਬਲਾਤਕਾਰ ਵਾਲਾ ਜੋਕ ਕਰਦਾ ਹੈ। इस कॉलेज में बलात्कार पे बलात्कार किए। ਹੁਣ ਜਦ ਰੇਪ ਵਰਗੇ ਇਹਨੇ ਸੀਰੀਅਸ ਇਸ਼ੂ ਨੂੰ ਐਜ਼ ਅ ਜੋਕ ਦਿਖਾਇਆ ਜਾਏਗਾ ਤੇ ਸਾਡੀ ਸਮਾਜ, ਸਾਡਾ ਸੋਸਾਇਟੀ ਉਸ ਨੂੰ ਜੋਕ ਦੀ ਤਰ੍ਹਾਂ ਹੀ ਤੇ ਦੇਖੇਗਾ। ਇੱਕ ਸਟੱਡੀ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਲੇਟ 90s ਦੀਆਂ ਮੂਵੀਜ਼ ਵਿੱਚ ਨੀਅਰਲੀ 70% ਸੈਕਸ਼ੂਅਲ ਵਾਇਲੈਂਸ ਨੂੰ ਐਜ਼ ਅ ਫਨ ਦਿਖਾਇਆ ਗਿਆ ਹੈ। ਹੁਣ ਜਿਸ ਅਨਪੜ੍ਹ ਸਮਾਜ ਦੇ ਵਿੱਚ ਸੈਕਸ਼ੂਅਲ ਵਾਇਲੈਂਸ ਨੂੰ ਐਜ਼ ਅ ਫਨ ਦਿਖਾਇਆ ਜਾਏਗਾ ਤੇ ਉਹ ਸਮਾਜ ਵੀ ਉਸ ਨੂੰ ਫਨ ਦੀ ਤਰ੍ਹਾਂ ਹੀ ਦੇਖੇਗਾ ਨਾ। ਰੇਪ ਕਲਚਰ ਨੂੰ ਪ੍ਰਮੋਟ ਕਰਨ ਵਿੱਚ ਸਾਡੀ ਪੰਜਾਬੀ 뮤직 ਇੰਡਸਟਰੀ ਵੀ ਪਿੱਛੇ ਨਹੀਂ ਹੈ। ਸਾਨੂੰ ਬਹੁਤ ਪ੍ਰਾਊਡ ਹੁੰਦਾ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਕਿੰਨਾ ਗਰੋ ਕਰ ਰਹੀ ਹੈ। ਸਾਡੇ ਪੰਜਾਬੀ ਸਿੰਗਰ ਹਨੀ ਸਿੰਘ ਆਪਣੇ ਗਾਣੇ ਬ੍ਰਾਊਨ ਰੰਗ ਵਿੱਚ ਕੁੜੀਆਂ ਨੂੰ ਹੋਰ ਕਹਿੰਦੇ ਨੇ। ਐਂਡ ਇਹ ਵੀ ਛੱਡੋ, ਜਦ ਸਾਡੇ ਸੌਂਗਸ ਵਿੱਚ ਪਟਾਕਾ, ਪਟੋਲੇ, ਗੇੜੀਆਂ ਜਿਸ ਨੂੰ ਸਟਾਕਿੰਗ ਐਂਡ ਵਿਚ ਇਜ਼ ਅ ਕ੍ਰਾਈਮ, ਇਹ ਸਾਰੀਆਂ ਚੀਜ਼ਾਂ ਨੂੰ ਨਾਰਮਲਾਈਜ਼ ਕਰ ਦਿੱਤਾ ਜਾਏਗਾ ਤੇ ਉਹ ਸਮਾਜ, ਉਹ ਸੋਸਾਇਟੀ ਰੇਪ ਅਟੈਂਪਟ ਨਹੀਂ ਕਰੇਗੀ ਤੇ ਕੀ ਕਰੇਗੀ ਤੁਸੀਂ ਦੱਸੋ। ਇਹ ਜੇ ਸਿਰਫ ਟਿਪ ਆਫ ਦਾ ਆਈਸਬਰਗ ਆ। ਅਗਰ ਕਦੇ ਟਾਈਮ ਲੱਗਾ ਜਾਂ ਤੁਸੀਂ ਸਾਰਿਆਂ ਨੇ ਡਿਮਾਂਡ ਕੀਤਾ ਤੇ ਮੈਂ ਉਹਨਾਂ ਸਾਰੇ ਮੂਵੀਜ਼ ਐਂਡ 뮤직 ਬਾਰੇ ਗੱਲ ਕਰਨਾ ਚਾਹਾਂਗਾ ਜੋ ਰੇਪ ਕਲਚਰ ਨੂੰ ਪ੍ਰਮੋਟ ਕਰਦੀਆਂ ਨੇ ਐਂਡ ਔਰਤਾਂ ਨੂੰ ਬਹੁਤ ਹੀ ਕਮਜ਼ੋਰ ਪੋਰਟਰੇ ਕਰਦੀਆਂ ਨੇ। ਰੀਸੈਂਟ ਐਗਜ਼ਾਮਪਲ ਲਈ ਤੁਸੀਂ ਪੁਸ਼ਪਾ ਮੂਵੀ ਵੀ ਦੇਖ ਸਕਦੇ ਹੋ। ਹੁਣ ਮੂਵੀ ਐਂਡ 뮤직 ਇੰਡਸਟਰੀ ਸਿਰਫ ਰੇਪ ਕਲਚਰ ਨੂੰ ਪ੍ਰਮੋਟ ਨਹੀਂ ਕਰ ਰਹੀਆਂ। ਅੱਜ ਕੱਲ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਐਂਡ ਸੋਸ਼ਲ ਮੀਡੀਆ ਤੇ ਵੀ ਸਪੈਸੀਫਿਕਲੀ YouTube ਤੇ ਕਈ ਯੂਟਿਊਬਰ ਨੂੰ ਲੱਗਦਾ ਹੈ ਕਿ ਉਹ ਕੁੱਤੇ ਖਾਣੀ ਕਰਕੇ ਸਮਾਜ ਸੇਵਾ ਕਰ ਰਹੇ ਨੇ, ਲੋਕਾਂ ਨੂੰ ਜਾਗਰੂਕ ਕਰ ਰਹੇ ਨੇ, ਬਟ ਇਨਡਾਇਰੈਕਟਲੀ ਉਹ ਵੀ ਰੇਪ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ। ਨਾਟ ਜਸਟ ਰੇਪ ਕਲਚਰ ਬਟ ਹੋਰ ਬਹੁਤ ਸਾਰੇ ਸੋਸ਼ਲ ਪ੍ਰੋਬਲਮਸ ਨੂੰ ਐਮਪਲੀਫਾਈ ਕਰ ਰਹੇ ਨੇ। ਅੱਜ ਮੈਂ ਇਸ ਕੁੱਤੇ ਖਾਣੀ ਵਾਲੇ ਕੰਟੈਂਟ ਤੇ ਗੱਲ ਨਹੀਂ ਕਰਾਂਗਾ, ਬਟ ਡੋਂਟ ਵਰੀ, ਮੈਂ ਇਸ ਕੁੱਤੇ ਖਾਣੀ ਵਾਲੇ ਕੰਟੈਂਟ ਤੇ ਵੀ ਜਲਦੀ ਇੱਕ ਵੀਡੀਓ ਬਣਾਵਾਂਗਾ ਐਂਡ ਇਹਨਾਂ ਦੇ ਕੁੱਤੇ ਖਾਣੀ ਵਾਲੇ ਕੰਟੈਂਟ ਕਰਕੇ ਸਮਾਜ ਦੇ ਵਿੱਚ ਫਿਊਚਰ 'ਚ ਕਿਹੜੀਆਂ ਪ੍ਰੋਬਲਮਸ ਆਉਣਗੀਆਂ ਉਹਨਾਂ ਨੂੰ ਇਨ ਡੈਪਥ ਗੱਲ ਕਰਾਂਗਾ। ਸੋ ਹੁਣ ਤੱਕ ਅਸੀਂ ਦੇਖਿਆ ਕਿ ਸਾਡੇ ਦੇਸ਼ ਦੇ ਵਿੱਚ ਕ੍ਰਾਈਮ ਅਗੇਂਸਟ ਵੂਮਨ ਦਾ ਸਟੇਟਸ ਕੀ ਹੈ। ਇਸ ਤੋਂ ਬਾਅਦ ਅਸੀਂ ਦੇਖਿਆ ਕਿ ਵਾਈ ਮੈਨ ਰੇਪ, ਇੱਕ ਰੇਪਿਸਟ ਦੀ ਸਾਈਕੋਲੋਜੀ ਕੀ ਹੁੰਦੀ ਹੈ ਐਂਡ ਕਿਵੇਂ ਮੂਵੀ ਐਂਡ 뮤직 ਇੰਡਸਟਰੀ ਇਸ ਨੂੰ ਇਨਫਲੂਐਂਸ ਕਰਦੀਆਂ ਨੇ। ਹੁਣ ਦੇਖਦੇ ਹਾਂ ਸਾਡੇ ਦੇਸ਼ ਦੇ ਵਿੱਚ ਰੇਪ ਦੀ ਪਨਿਸ਼ਮੈਂਟ ਕੀ ਹੈ ਐਂਡ ਕਿਉਂ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਇੱਕ ਰੇਪਿਸਟ ਨੂੰ ਕਦੀ ਵੀ ਇੰਡੀਆ ਦੇ ਵਿੱਚ ਸਜ਼ਾ ਨਹੀਂ ਮਿਲ ਪਾਉਂਦੀ। IPC ਦਾ ਸੈਕਸ਼ਨ 375 ਰੇਪ ਨੂੰ ਡਿਫਾਈਨ ਕਰਦਾ ਹੈ ਐਂਡ ਸੈਕਸ਼ਨ 376 ਇਸ ਦੀ ਸਜ਼ਾ ਬਾਰੇ ਦੱਸਦਾ ਹੈ। IPC ਦੇ ਸੈਕਸ਼ਨ 376 ਦੇ ਅਕੋਰਡਿੰਗ ਇੱਕ ਰੇਪ ਦੀ ਸਜ਼ਾ 7 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਹੋ ਸਕਦੀ ਹੈ। ਬਟ 2012 ਵਿੱਚ ਨਿਰਭਇਆ ਗੈਂਗ ਰੇਪ ਤੋਂ ਬਾਅਦ ਲੋਕਾਂ ਵਿੱਚ ਕਾਫੀ ਰੋਸ ਸੀ ਇਹਨਾਂ ਲਾਜ਼ ਖਿਲਾਫ। ਇਸੇ ਲਈ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ 2013 ਪਾਸ ਕੀਤਾ ਗਿਆ ਜਿਸ ਦੇ ਅਕੋਰਡਿੰਗ ਜਿੰਨੇ ਵੀ ਸੈਕਸ਼ੂਅਲ ਅਸੌਲਟ ਦੇ ਕੇਸਿਸ ਨੇ ਉਹਨਾਂ ਦੀ ਸਜ਼ਾ ਨੂੰ ਹੋਰ ਵੀ ਸਖਤ ਕੀਤਾ ਗਿਆ। ਇਨ ਕੇਸ ਆਫ ਗੈਂਗ ਰੇਪ ਸਜ਼ਾ ਨੂੰ ਵਧਾ ਕੇ 20 ਸਾਲ ਔਰ ਡੈਥ ਪੈਨਲਟੀ ਵੀ ਕਰ ਦਿੱਤਾ ਗਿਆ। 2018 ਵਿੱਚ ਕਠੂਆ ਰੇਪ ਤੋਂ ਬਾਅਦ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ 2018 ਪਾਸ ਕੀਤਾ ਗਿਆ ਜਿਸ ਦੇ ਅਕੋਰਡਿੰਗ ਅਗਰ ਰੇਪ ਵਿਕਟਮ ਦੀ ਉਮਰ 12 ਸਾਲ ਜਾਂ ਉਸ ਤੋਂ ਘੱਟ ਹੈ ਤਾਂ ਰੇਪਿਸਟ ਨੂੰ ਪੋਸੀਬਲੀ ਡੈਥ ਪੈਨਲਟੀ ਦਿੱਤੀ ਜਾਏਗੀ। ਸੋ ਸਾਡੇ ਦੇਸ਼ ਦੇ ਵਿੱਚ ਰੇਪ ਖਿਲਾਫ ਕਾਫੀ ਸਟ੍ਰਿੰਜੈਂਟ ਲਾਅ ਨੇ ਬਟ ਸਾਨੂੰ ਫਿਰ ਵੀ ਇਹ ਸਭ ਕੁਝ ਇਨਫ ਨਹੀਂ ਲੱਗਦਾ ਕਿਉਂਕਿ ਸਾਡੀ ਜੁਡੀਸ਼ਰੀ ਦਾ ਪ੍ਰੋਸੈਸ ਹੀ ਬਹੁਤ ਸਲੋ ਹੈ। ਆਪਾਂ ਨਿਰਭਇਆ ਦਾ ਕੇਸ ਹੀ ਦੇਖ ਸਕਦੇ ਹਾਂ। ਨਿਰਭਇਆ ਦਾ ਕੇਸ ਨੂੰ ਮੀਡੀਆ ਕਵਰੇਜ ਵੀ ਮਿਲੀ, ਲੋਕਾਂ ਵੱਲੋਂ ਪੋਲੀਟੀਕਲ ਪਾਰਟੀਆਂ ਵੱਲੋਂ ਪ੍ਰੈਸ਼ਰ ਵੀ ਬਣਾਇਆ ਗਿਆ, ਫਿਰ ਵੀ ਆਰੋਪੀਆਂ ਨੂੰ ਸਜ਼ਾ ਮਿਲਦੇ ਕਾਫੀ ਲੰਬਾ ਟਾਈਮ ਲੱਗ ਗਿਆ। NCRB ਦੀ ਰਿਪੋਰਟ ਤੋਂ ਜੋ ਡੇਟਾ ਸਾਨੂੰ ਮਿਲਦਾ ਹੈ ਉਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਨਿਰਭਇਆ ਕੇਸ ਤੋਂ ਪਹਿਲਾਂ ਰੇਪ ਕੇਸਿਸ ਦਾ ਕਨਵਿਕਸ਼ਨ ਰੇਟ ਹੁੰਦਾ ਸੀ 26% ਐਂਡ ਲਾਜ਼ ਨੂੰ ਹੋਰ ਸਟ੍ਰਿੰਜੈਂਟ ਬਣਾਉਣ ਤੋਂ ਬਾਅਦ ਕਨਵਿਕਸ਼ਨ ਰੇਟ 'ਚ ਸੁਧਾਰ ਵੀ ਹੋਇਆ ਐਂਡ ਹੁਣ ਇਹ ਵੈਲਿਊ ਫਲਕਚੁਏਟ ਕਰਦੀ ਹੈ 27 ਤੋਂ 32% ਦੇ ਵਿੱਚ। ਇਨ ਸਿੰਪਲ ਕਹਾਂ ਤੇ ਹਰ 100 ਰੇਪ ਕੇਸਿਸ ਦੇ ਵਿੱਚ ਸਿਰਫ 27 ਤੋਂ 32 ਕੁੜੀਆਂ ਨੂੰ ਹੀ ਜਸਟਿਸ ਮਿਲ ਪਾਉਂਦਾ ਹੈ। ਹੁਣ ਇਹ ਸਭ ਕਿਉਂ ਹੁੰਦਾ ਹੈ ਉਹ ਦੇਖਦੇ ਹਾਂ। ਇੱਕ ਰੇਪ ਕੇਸ ਨੂੰ ਸੋਲਵ ਕਰਨ ਲਈ 3 ਸਟੇਜਸ ਹੁੰਦੀਆਂ ਨੇ। ਪਹਿਲਾ ਰੋਲ ਹੁੰਦਾ ਹੈ ਸਾਡੀ ਪੁਲਿਸ ਦਾ, ਇਸ ਤੋਂ ਬਾਅਦ ਰੋਲ ਹੁੰਦਾ ਹੈ ਸਾਡੇ ਸਾਇੰਟੀਫਿਕ ਇੰਸਟੀਟਿਊਸ਼ਨਸ ਦਾ ਐਂਡ ਥਰਡ ਰੋਲ ਹੁੰਦਾ ਹੈ ਸਾਡੀ ਜੁਡੀਸ਼ਰੀ ਦਾ ਐਂਡ ਅਨਫੋਰਚੂਨੇਟਲੀ ਸਾਡੇ ਤਿੰਨਾਂ ਇੰਸਟੀਟਿਊਸ਼ਨ ਦੇ ਵਿੱਚ ਹੀ ਬਹੁਤ ਸਾਰੀਆਂ ਪ੍ਰੋਬਲਮਸ ਨੇ। ਅਗਰ ਆਪਾਂ ਫਰਸਟ ਸਟੇਜ ਦੀ ਗੱਲ ਕਰੀਏ ਤਾਂ ਸਾਡੇ ਪੁਲਿਸ ਦੇ ਵਿੱਚ ਬਹੁਤ ਸਾਰੇ ਜੈਂਡਰ ਬਾਇਸ ਨੇ ਕਿਉਂਕਿ ਅਸੀਂ ਸਾਰੇ ਪੈਟਰੀਆਰਕਲ ਸੋਸਾਇਟੀ ਦਾ ਪਾਰਟ ਆ। ਇਸ ਤੋਂ ਬਾਅਦ ਅਗਰ ਅਸੀਂ ਦੇਖੀਏ ਤਾਂ ਸਾਡੀ ਪੁਲਿਸ ਫੋਰਸ ਦੇ ਵਿੱਚ ਵੂਮਨ ਪੁਲਿਸ ਆਫੀਸਰ ਦੀ ਪਾਰਟਿਸਿਪੇਸ਼ਨ ਹੀ ਬਹੁਤ ਘੱਟ ਹੈ ਜਿਸ ਕਰਕੇ ਕਈ ਵਾਰ ਵਿਕਟਮ ਇੱਕ ਮੇਲ ਆਫੀਸਰ ਦੇ ਨਾਲ ਕੰਫਰਟੇਬਲ ਫੀਲ ਨਹੀਂ ਕਰਦਾ। ਇਸ ਤੋਂ ਬਾਅਦ ਅਗਰ ਆਪਾਂ ਸੈਕੰਡ ਸਟੇਜ ਆਈਏ ਤਾਂ ਇੱਕ ਰੇਪ ਕੇਸ ਨੂੰ ਸੋਲਵ ਕਰਨ ਵਾਸਤੇ ਬਹੁਤ ਸਾਰੇ ਸਾਇੰਟੀਫਿਕ ਐਵੀਡੈਂਸ ਦੀ ਵੀ ਲੋੜ ਪੈਂਦੀ ਹੈ ਐਂਡ ਇਹ ਸਾਰੇ ਐਵੀਡੈਂਸ ਇਕੱਠੇ ਕਰਨ ਦਾ ਕੰਮ ਹੁੰਦਾ ਹੈ ਸਾਡੀ ਫੋਰੈਂਸਿਕ ਏਜੰਸੀਜ਼ ਦਾ। ਬਟ ਸਾਡੇ ਦੇਸ਼ ਦੇ ਵਿੱਚ ਫੋਰੈਂਸਿਕ ਲੈਬਸ ਵੀ ਬਹੁਤ ਘੱਟ ਨੇ। ਐਜ਼ ਅ ਰਿਜ਼ਲਟ ਜਦ ਇੱਕ ਰੇਪ ਕੇਸ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਪੁਲਿਸ ਇੰਨੇ ਸਟਰੋਂਗ ਐਵੀਡੈਂਸ ਹੀ ਨਹੀਂ ਜਮ੍ਹਾਂ ਕਰਾ ਪਾਉਂਦੀ ਕਿ ਕਨਵਿਕਸ਼ਨ ਹੋ ਸਕੇ ਜਿਸ ਕਰਕੇ ਇੱਕ ਰੇਪਿਸਟ ਕੋਰਟ ਵਿੱਚ ਵੱਜ ਜਾਂਦਾ ਹੈ। ਹੁਣ ਥਰਡ ਸਟੇਜ 'ਚ ਰੋਲ ਹੁੰਦਾ ਸਾਡੀ ਜੁਡੀਸ਼ਰੀ ਦਾ ਐਂਡ ਸਾਡੀ ਜੁਡੀਸ਼ਰੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ ਬਟ ਇੱਥੇ ਮੈਂ ਸਿਰਫ 2 ਪੁਆਇੰਟਸ ਨੂੰ ਹਾਈਲਾਈਟ ਕਰਨਾ ਚਾਹੂੰਗਾ ਜੋ ਡਾਇਰੈਕਟਲੀ ਇੰਪੈਕਟ ਕਰਦੀਆਂ ਨੇ ਰੇਪ ਕੇਸਿਸ ਨੂੰ। ਫਰਸਟ, ਸਾਡੇ ਦੇਸ਼ ਦੇ ਵਿੱਚ ਜੱਜ ਟੂ ਪੋਪੂਲੇਸ਼ਨ ਰੇਸ਼ੋ
ਬਹੁਤ ਖਰਾਬ ਹੈ। ਫੋਰ ਐਗਜ਼ਾਮਪਲ ਸਾਡੇ ਦੇਸ਼ ਦੇ ਵਿੱਚ 10 ਲੱਖ ਲੋਕਾਂ ਲਈ ਸਿਰਫ 17 ਜੱਜ ਅਵੇਲੇਬਲ ਨੇ ਐਂਡ ਇਹ ਪ੍ਰੋਬਲਮ ਹੋਰ ਵੀ ਵੱਧ ਜਾਂਦੀ ਹੈ ਜਦ ਲੰਬੇ ਟਾਈਮ ਤੱਕ ਇਹਨਾਂ ਜੱਜਿਸ ਦੀ ਵੈਕੈਂਸੀਜ਼ ਨੂੰ ਭਰਿਆ ਨਹੀਂ ਜਾਂਦਾ। ਸਾਡੇ ਦੇਸ਼ ਵਿੱਚ ਟੋਟਲ ਸੈਂਕਸ਼ਨ ਨੰਬਰ ਆਫ ਹਾਈ ਕੋਰਟ ਜੱਜਿਸ ਨੇ 1080, ਇਸ ਦੇ ਵਿੱਚੋਂ ਵੀ 430 ਸੀਟਸ ਵੇਕੈਂਟ ਨੇ। ਹੁਣ ਜਦ ਜੱਜ ਹੀ ਘੱਟ ਹੋਣਗੇ ਐਂਡ ਉਹਨਾਂ ਦੀ ਵੈਕੈਂਸੀਜ਼ ਨੂੰ ਵੀ ਭਰਿਆ ਨਹੀਂ ਜਾਏਗਾ ਤੇ ਇਸ ਦਾ ਇੰਪੈਕਟ ਡਾਇਰੈਕਟ ਕੇਸਿਸ ਤੇ ਪਏਗਾ। ਇਸ ਲਈ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਇੱਕ ਕੇਸ ਕਿੰਨੇ ਲੰਬੇ ਟਾਈਮ ਤੱਕ ਚੱਲਦਾ ਹੈ। ਸੈਕੰਡ ਪ੍ਰੋਬਲਮ ਹੈ ਜੈਂਡਰ ਇੰਬੈਲੈਂਸ ਇਨ ਆਵਰ ਜੁਡੀਸ਼ਰੀ। ਸਾਡੇ ਦੇਸ਼ ਵਿੱਚ ਲੋਅਰ ਕੋਰਟਸ ਵਿੱਚ ਟੋਟਲ ਜੱਜ ਦਾ ਸਿਰਫ 27.6% ਫੀਮੇਲ ਜੱਜਿਸ ਨੇ ਐਂਡ ਅਗਰ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਤੇ ਇਹ ਨੰਬਰ ਸਿਰਫ 10% ਹੈ। ਹੁਣ ਜਦ ਫੀਮੇਲ ਜੱਜ ਹੀ ਸਾਡੀ ਜੁਡੀਸ਼ਰੀ ਵਿੱਚ ਘੱਟ ਹੋਣਗੇ ਤਾਂ ਇੱਕ ਰੇਪ ਕੇਸ ਦੇ ਵਿੱਚ ਜੈਂਡਰ ਬਾਇਸ ਵੀ ਆ ਸਕਦਾ ਹੈ। ਸੋ ਇਹ ਤੇ ਹੋ ਗਏ ਇੰਸਟੀਟਿਊਸ਼ਨਲ ਚੈਲੰਜ ਜਿਸ ਕਰਕੇ ਸਾਡੇ ਦੇਸ਼ ਦੇ ਵਿੱਚ ਜਸਟਿਸ ਮਿਲਣ ਦੇ ਵਿੱਚ ਇੰਨਾ ਟਾਈਮ ਲੱਗਦਾ ਹੈ। ਇਸੇ ਕਰਕੇ ਸਾਡੇ ਲੋਕ ਡਿਮਾਂਡ ਕਰਦੇ ਨੇ ਕਿ ਅਰਬ ਕੰਟਰੀਜ਼ ਵਰਗੇ ਲਾਅ ਹੋਣੇ ਚਾਹੀਦੇ ਆ ਜਿਸ ਦੇ ਨਾਲ ਇਨਸਟੈਂਟ ਜਸਟਿਸ ਮਿਲ ਸਕੇ। ਸੋ ਹੁਣ ਜਰਾ ਇੱਧਰ ਵੀ ਦੇਖ ਲੈਂਦੇ ਆ ਕਿ ਅਰਬ ਕੰਟਰੀਜ਼ ਦੇ ਕੀ ਲਾਅ ਨੇ ਐਂਡ ਉਹਨਾਂ ਦੇ ਲਾਅਸ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਨੇ। ਪਹਿਲਾਂ ਆਪਾਂ ਗੱਲ ਕਰਾਂਗੇ ਇਰਾਕ, ਸੀਰੀਆ, ਲੈਬਨਾਨ, ਲੀਬੀਆ, ਕੁਵੈਤ, ਬਹਿਰੀਨ, ਅਲਜੀਰੀਆ, ਤੁਨੀਸ਼ੀਆ, ਪੈਲੇਸਟਾਈਨੀ ਟੈਰੀਟਰੀਜ਼ ਦੀ। ਇਹਨਾਂ ਕੰਟਰੀਜ਼ ਦੇ ਕ੍ਰਿਮੀਨਲ ਲਾਅ ਦੇ ਅਕੋਰਡਿੰਗ ਅਗਰ ਇੱਕ ਰੇਪਿਸਟ ਰੇਪ ਕਰਨ ਤੋਂ ਬਾਅਦ ਵਿਕਟਮ ਨਾਲ ਮੈਰਿਜ ਕਰਨ ਦਾ ਆਫਰ ਦਿੰਦਾ ਹੈ ਤਾਂ ਉਸ ਤੇ ਕੋਈ ਵੀ ਰੇਪ ਚਾਰजेस ਨਹੀਂ ਲੱਗੇਗਾ। ਸੇਮ ਲਾਅਸ ਇਜਿਪਟ ਐਂਡ ਮੋਰੋਕੋ ਵਿੱਚ ਵੀ ਸੀ ਬਟ ਇਜਿਪਟ ਨੇ 1999 ਐਂਡ ਮੋਰੋਕੋ ਨੇ 2014 ਵਿੱਚ ਇਸ ਲਾਅ ਨੂੰ ਅਬੋਲਿਸ਼ ਕਰਤਾ। ਤਾਂ ਜਦ ਇੱਕ 16 ਸਾਲ ਦੀ ਬੱਚੀ ਨੇ ਸੁਸਾਈਡ ਕਮਿਟ ਕਰ ਲਿਆ ਜਦ ਉਸ ਨੂੰ ਫੋਰਸ ਕੀਤਾ ਗਿਆ ਉਸੇ ਦੇ ਰੇਪਿਸਟ ਦੇ ਨਾਲ ਮੈਰਿਜ ਕਰਨ ਦੇ ਲਈ। ਇਸ ਤੋਂ ਬਾਅਦ ਅਗਰ ਆਪਾਂ ਅਰਬ ਕੰਟਰੀਜ਼ ਦੀ ਗੱਲ ਕਰੀਏ ਤੇ UAE, ਸਾਊਦੀ ਅਰੇਬੀਆ, ਸੁਦਾਨ, ਕਤਰ ਦੇ ਵਿੱਚ ਇਹ ਰੇਪ ਕਨਵਿਕਸ਼ਨ ਟੂ ਐਕਚੁਅਲੀ ਬੀ ਹੈਂਡਡ ਡਾਊਨ। ਇਹਨਾਂ ਕੰਟਰੀਜ਼ ਦੇ ਲਾਅ ਮੈਂਡੇਟ ਕਰਦੇ ਨੇ ਕਿ ਇੱਕ ਰੇਪਿਸਟ ਦਾ ਕਨਫੈਸ਼ਨ ਹੋਏ ਜਾਂ ਉਸ ਰੇਪ ਇਨਸੀਡੈਂਟਸ ਦੇ 4 ਅਡਲਟ ਮੇਲ ਵਿਟਨੈਸ ਹੋਣ। ਲਾਈਕ 2 ਮਿੰਟ ਰੁਕ ਕੇ ਸੋਚੋ, ਇਹਨਾਂ ਦੇ ਲਾਅ ਦੇ ਅਕੋਰਡਿੰਗ ਇੱਕ ਵੂਮਨ ਦਾ ਰੇਪ ਹੋ ਰਿਹਾ ਹੋਵੇ ਤੇ ਉਸ ਰੇਪ ਦੇ 4 ਅਡਲਟ ਮੇਲ ਵਿਟਨੈਸ ਹੋਣ। ਲਾਈਕ ਸੀਰੀਅਸਲੀ ਇਹ ਜੋਕ ਨਹੀਂ ਹੈ, ਉਹਨਾਂ ਦਾ ਲਾਅ ਹੈ। ਇਹ ਤੇ ਕੁਝ ਨਹੀਂ, ਅਰਬ ਕੰਟਰੀਜ਼ ਦੇ ਵਿੱਚ ਸ਼ਰੀਆ ਲਾਅ ਹੈ ਐਂਡ ਇਸ ਦੇ ਅਕੋਰਡਿੰਗ ਅਡਲਟਰੀ ਇਜ਼ ਇਲੀਗਲ। ਮੀਨਸ ਅਗਰ ਕੋਈ ਔਰਤ ਆਪਣੇ ਮੈਰਿਜ ਤੋਂ ਬਾਹਰ ਕਿਸੇ ਦੇ ਨਾਲ ਰਿਲੇਸ਼ਨ ਰੱਖਦੀ ਹੈ ਤਾਂ ਉਸ ਔਰਤ ਨੂੰ ਸ਼ਰੀਆ ਲਾਅ ਦੇ ਅਕੋਰਡਿੰਗ ਸਜ਼ਾ ਮਿਲੇਗੀ। ਹੁਣ ਅਗਰ ਇਸ ਕੇਸ ਦੇ ਵਿੱਚ ਕਿਸੇ ਮੈਰਿਡ ਵੂਮਨ ਦਾ ਰੇਪ ਹੁੰਦਾ ਹੈ ਤਾਂ ਉਸ ਦੇ ਰੇਪ ਕੇਸ ਦੀ ਇਨਵੈਸਟੀਗੇਸ਼ਨ ਬਾਅਦ ਵਿੱਚ ਹੋਏਗੀ, ਪਹਿਲਾਂ ਉਸ ਨੂੰ ਅਡਲਟਰੀ ਦੀ ਸਜ਼ਾ ਮਿਲੇਗੀ। ਸਾਊਦੀ ਅਰਬ ਵਿੱਚ ਇੱਕ ਰੇਪ ਵਿਕਟਮ ਜਿਸ ਨੂੰ ਗਰਲ ਆਫ ਕਾਤਿਫ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ਨਾਲ 7 ਬੰਦਿਆਂ ਨੇ ਗੈਂਗ ਰੇਪ ਕੀਤਾ ਬਟ ਬਜਾਏ ਕਿ ਉਸ ਨੂੰ ਇਨਸਾਫ ਮਿਲਦਾ ਕੋਰਟ ਨੇ ਕੁੜੀ ਨੂੰ ਹੀ 200 ਕੋੜੇ ਮਾਰਨ ਦੀ ਸਜ਼ਾ ਦਿੱਤੀ ਬਿਕੋਜ਼ ਉਹ ਕਿਸੇ ਅਣਜਾਣ ਆਦਮੀ ਨਾਲ ਕਾਰ ਵਿੱਚ ਬੈਠੀ ਸੀ ਜਿਸ ਨਾਲ ਉਸ ਦੀ ਮੈਰਿਜ ਨਹੀਂ ਹੋਈ ਸੀ। ਇਸੇ ਕਰਕੇ ਅਰਬ ਕੰਟਰੀਜ਼ ਦੇ ਵਿੱਚ ਔਰਤਾਂ ਰੇਪ ਕੇਸਿਸ ਨੂੰ ਬਹੁਤ ਹੀ ਘੱਟ ਰਿਪੋਰਟ ਕਰਦੀਆਂ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਰੇਪਿਸਟ ਨੂੰ ਤਾਂ ਸਜ਼ਾ ਨਹੀਂ ਮਿਲੇਗੀ ਬਟ ਉਹਨਾਂ ਦਾ ਸ਼ੋਸ਼ਣ ਜ਼ਰੂਰ ਹੋਏਗਾ। ਸੋ ਪਲੀਜ਼ ਇਹ ਡਿਮਾਂਡ ਕਰਨ ਤੋਂ ਪਹਿਲਾਂ ਕਿ ਸਾਡੇ ਕੰਟਰੀ ਦੇ ਵਿੱਚ ਵੀ ਅਰਬ ਕੰਟਰੀ ਵਰਗੇ ਲਾਅ ਹੋਣੇ ਚਾਹੀਦੇ ਆ, ਪਹਿਲਾਂ ਉਹਨਾਂ ਦੀਆਂ ਔਰਤਾਂ ਦੀ ਕੰਡੀਸ਼ਨ ਜਾਣ ਲਓ। ਨਾਲੇ ਜਿਹੜੀ ਕੰਟਰੀ ਹੁਣ ਜਾ ਕੇ ਔਰਤਾਂ ਨੂੰ ਡਰਾਈਵਿੰਗ ਕਰਨ ਦੀ ਪਰਮਿਸ਼ਨ ਦੇ ਰਹੀ ਹੈ ਉਸ ਕੰਟਰੀ ਦੇ ਵਿੱਚ ਔਰਤਾਂ ਦਾ ਸਟੇਟਸ ਕੀ ਹੋਏਗਾ ਸਮਾਜ ਦੇ ਵਿੱਚ, ਇੱਥੋਂ ਹੀ ਦੇਖ ਲਓ। ਆਈ ਨੋ ਕਿ ਇਹ ਵੀਡੀਓ ਥੋੜੀ ਜਿਹੀ ਲੰਬੀ ਹੋ ਰਹੀ ਹੈ, ਅਗਰ ਮੈਂ ਚਾਹੁੰਦਾ ਤੇ ਇਸ ਵੀਡੀਓ ਨੂੰ 4-5 ਟੌਪਿਕਸ ਦੇ ਵਿੱਚ ਵੀ ਡਿਵਾਈਡ ਕਰਕੇ ਬਣਾ ਸਕਦਾ ਸੀ ਬਟ ਆਈ ਡੋਂਟ ਵਾਂਟ ਟੂ ਵੇਸਟ योर टाइम। सो सारे पॉइंट्स ਨੂੰ ਇੱਥੇ ਹੀ ਕਵਰ ਕਰ ਰਿਹਾ, ਉਮੀਦ ਹੈ ਤੁਸੀਂ ਬੋਰ ਨਹੀਂ ਹੋ ਰਹੇ ਹੋਗੇ। ਬਿਫੋਰ ਵੀ ਡਿਸਕਸ ਕਿ ਰੇਪ ਪ੍ਰੋਬਲਮ ਦੇ ਕੀ ਸੋਲੂਸ਼ਨ ਹੋ ਸਕਦਾ ਮੈਂ ਇੱਥੇ ਇੱਕ ਲਾਸਟ ਪ੍ਰੋਬਲਮ ਨੂੰ ਹਾਈਲਾਈਟ ਕਰਨਾ ਚਾਹੁੰਦਾ ਐਂਡ ਉਹ ਹੈ ਡੈਥ ਪੈਨਲਟੀ ਫॉर ਰੇਪਿਸਟ। ਐਂਡ ਇੱਥੇ ਮੈਂ ਬਰੂਟਲ ਰੇਪ ਜਾਂ ਮਰਡਰ ਆਫਟਰ ਰੇਪ ਦੀ ਗੱਲ ਨਹੀਂ ਕਰ ਰਿਹਾ, ਇੱਥੇ ਮੈਂ ਸਿਰਫ ਰੇਪ ਦੀ ਗੱਲ ਕਰ ਰਿਹਾ। ਤੁਹਾਨੂੰ ਸਾਰਿਆਂ ਨੂੰ ਲੱਗਦਾ ਕਿ ਸਮਾਜ ਦੇ ਵਿੱਚ ਇੱਕ ਅਪਰਾਧ ਦੀ ਜਿੰਨੀ ਜ਼ਿਆਦਾ ਸਖਤ ਸਜ਼ਾ ਹੋਏਗੀ ਉਹਦਾ ਉਨੇ ਹੀ ਚਾਂਸਸ ਘੱਟ ਹੋ ਜਾਣਗੇ ਹੋਣ ਦੇ। ਲਾਈਕ ਆਪਾਂ ਸਾਰੇ ਡਿਮਾਂਡ ਕਰਦੇ ਆ ਕਿ ਇੱਕ ਰੇਪਿਸਟ ਨੂੰ ਡੈਥ ਪੈਨਲਟੀ ਦਿੱਤੀ ਜਾਣੀ ਚਾਹੀਦੀ ਆ ਜਿਸ ਨਾਲ ਕਿ ਸਭ ਨੂੰ ਸਬਕ ਮਿਲ ਸਕੇ ਬਟ ਅੱਜ ਤੱਕ ਕੋਈ ਵੀ ਸਟੱਡੀ ਇਸ ਗੱਲ ਨੂੰ ਪ੍ਰੂਵ ਨਹੀਂ ਕਰਦੀ ਕਿ ਅਗਰ ਇੱਕ ਰੇਪਿਸਟ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਤੇ ਫਿਊਚਰ ਦੇ ਵਿੱਚ ਰੇਪ ਹੋਣੇ ਘੱਟ ਹੋ ਜਾਣਗੇ। ਜਿਹੜੀਆਂ ਕੰਟਰੀਜ਼ ਵਿੱਚ ਰੇਪਸ ਲਈ ਡੈਥ ਪੈਨਲਟੀ ਹੈ ਜਿਵੇਂ ਕਿ ਸਾਊਥ ਕੋਰੀਆ, ਜਾਪਾਨ, ਚਾਈਨਾ, USA ਦੀਆਂ ਕੁਝ ਸਟੇਟਸ, ਇਹਨਾਂ ਵਿੱਚ ਕਈ ਸਟੱਡੀਜ਼ ਕੀਤੀਆਂ ਗਈਆਂ ਬਟ ਸਾਰਿਆਂ ਦੇ ਰਿਜ਼ਲਟ ਨੈਗੇਟਿਵ ਸੀ। ਸੋ ਅਗਰ ਆਪਾਂ ਇਹ ਕਹੀਏ ਕਿ ਡੈਥ ਪੈਨਲਟੀ ਦੇ ਨਾਲ ਫਿਊਚਰ ਦੇ ਵਿੱਚ ਰੇਪ ਹੋਣਾ ਬੰਦ ਹੋ ਜਾਣਗੇ ਤੇ ਇਹ ਗੱਲ ਸੱਚ ਨਹੀਂ ਹੈ, ਬਲਕਿ ਇੱਕ ਰੇਪ ਕੇਸ ਵਿੱਚ ਅਗਰ ਪਨਿਸ਼ਮੈਂਟ ਡੈਥ ਪੈਨਲਟੀ ਹੋਏ ਤਾਂ ਇਸ ਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ, ਰੇਪ ਵਿਕਟਮ ਨੂੰ ਹੀ ਹੁੰਦਾ ਹੈ। ਐਂਡ ਇਹ ਨੁਕਸਾਨ ਕੀ ਹੁੰਦਾ ਹੈ ਉਹ ਦੇਖਦੇ ਹਾਂ। ਫਰਸਟ, ਇਟ ਵਿਲ ਰਿਡਿਊਸ ਰਿਪੋਰਟਿੰਗ। ਅਗਰ ਰੇਪ ਦੀ ਸਜ਼ਾ ਡੈਥ ਪੈਨਲਟੀ ਹੋਏਗੀ ਤੇ ਰੇਪ ਕੇਸਿਸ ਦੇ ਰਿਪੋਰਟ ਹੋਣ ਦੇ ਚਾਂਸਸ ਵੀ ਬਹੁਤ ਘਟ ਜਾਣਗੇ ਬਿਕੋਜ਼ NCRB ਦੀ 2016 ਦੀ ਰਿਪੋਰਟ ਤੋਂ ਸਾਨੂੰ ਪਤਾ ਚੱਲਦਾ ਹੈ ਕਿ 94.6% ਰੇਪ ਕੇਸਿਸ ਵਿੱਚ ਰੇਪਿਸਟ ਕੋਈ ਰਿਲੇਟਿਵ, ਫਰੈਂਡ ਜਾਂ ਨੇਬਰ ਹੀ ਹੁੰਦਾ ਹੈ। ਹੁਣ ਸੋਚੋ ਰੇਪਿਸਟ ਕੋਈ ਫੈਮਿਲੀ ਮੈਂਬਰ ਹੀ ਹੋਏ ਐਂਡ ਰੇਪ ਦੀ ਸਜ਼ਾ ਡੈਥ ਪੈਨਲਟੀ ਹੋਏ ਤੇ ਫਿਰ ਰੇਪਿਸਟ ਦੀ ਫੈਮਿਲੀ ਕੁੜੀ ਉੱਪਰ ਐਂਡ ਕੁੜੀ ਦੀ ਫੈਮਿਲੀ ਉੱਪਰ ਕਿੰਨਾ ਪ੍ਰੈਸ਼ਰ ਡਾਲੇਗੀ ਕੇਸ ਵਾਪਸ ਲੈਣ ਲਈ। ਐਂਡ ਇਸੀ ਫੈਮਿਲੀ ਪ੍ਰੈਸ਼ਰ ਕਰਕੇ ਇੱਕ ਰੇਪ ਵਿਕਟਮ ਜਿਸ ਦਾ ਰੇਪ ਹੋਇਆ ਹੈ ਉਹ ਆਪਣਾ ਕੇਸ ਵਾਪਸ ਲੈ ਲੇਗੀ ਜਿਸ ਕਰਕੇ ਇੱਕ ਰੇਪਿਸਟ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਐਂਡ ਇੱਕ ਰੇਪ ਵਿਕਟਮ ਨੂੰ ਕੋਈ ਜਸਟਿਸ ਨਹੀਂ ਮਿਲੇਗੀ ਜਿਸ ਦੇ ਕਰਕੇ ਰੇਪ ਕੇਸਿਸ ਦੀ ਰਿਪੋਰਟਿੰਗ ਘਟ ਜਾਏਗੀ। ਸੈਕੰਡ ਹੈ ਮੋਰ ਚਾਂਸਸ ਆਫ ਮਰਡਰ ਆਫ ਵਿਕਟਮ। ਹੁਣ ਜਦ ਇੱਕ ਰੇਪਿਸਟ ਨੂੰ ਪਤਾ ਹੈ ਕਿ ਰੇਪ ਕਰਨ ਤੋਂ ਬਾਅਦ ਉਸ ਨੂੰ ਡੈਥ ਪੈਨਲਟੀ ਮਿਲੇਗੀ ਤਾਂ ਫਰਸਟ ਥਿੰਗ ਹੀ ਵਿਲ ਡੂ ਇਜ਼ ਕਿ ਸਾਰੇ ਐਵੀਡੈਂਸ ਨੂੰ ਮਿਟਾਇਆ ਜਾਏ ਐਂਡ ਇਸ ਕੇਸ ਦੇ ਵਿੱਚ ਲੜਕੀ ਦੇ ਮਰਡਰ ਹੋਣ ਦੇ ਚਾਂਸਸ ਕਾਫੀ ਹਾਈ ਹੋ ਜਾਂਦੇ ਨੇ। ਇਸ ਦੀ ਐਗਜ਼ਾਮਪਲ ਅਸੀਂ ਹੈਦਰਾਬਾਦ ਰੇਪ ਕੇਸ ਤੋਂ ਦੇਖ ਸਕਦੇ ਹਾਂ। ਜਦ ਹੈਦਰਾਬਾਦ 'ਚ ਇੱਕ ਲੜਕੀ ਨਾਲ ਗੈਂਗ ਰੇਪ ਹੋਇਆ ਤੇ ਰੇਪਿਸਟ ਨੇ ਲੜਕੀ ਨੂੰ ਜਿੰਦਾ ਜਲਾ ਦਿੱਤਾ ਤਾਂ ਜੋ ਉਹ ਬਚ ਸਕਣ। ਸੋ ਡੈਥ ਪੈਨਲਟੀ ਦੇ ਨਾਲ ਇੱਕ ਲੜਕੀ ਦੇ ਰੇਪ ਹੋਣ ਤੋਂ ਬਾਅਦ ਉਸਦੇ ਮਰਡਰ ਦੇ ਚਾਂਸਸ ਕਾਫੀ ਵੱਧ ਜਾਂਦੇ ਨੇ। ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸੋ ਕਿ ਡੈਥ ਪੈਨਲਟੀ ਸੋਲੂਸ਼ਨ ਹੈ ਰੇਪ ਦਾ। ਸੋ ਹੁਣ ਫਾਈਨਲੀ ਜਾਣਦੇ ਹਾਂ ਕਿ ਇੰਡੀਆ ਦੇ ਰੇਪ ਪ੍ਰੋਬਲਮ ਦੇ ਕੀ ਸੋਲੂਸ਼ਨ ਹੋ ਸਕਦੇ ਨੇ। ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਇਸ ਨੂੰ ਮੈਂ 3 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਾਂਗਾ। ਫਰਸਟ, ਇੰਸਟੀਟਿਊਸ਼ਨਲ ਰਿਫਾਰਮ। ਜਿਵੇਂ ਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਸਾਡੀ ਪੁਲਿਸ ਦੇ ਵਿੱਚ, ਸਾਡੀ ਜੁਡੀਸ਼ਰੀ ਦੇ ਵਿੱਚ ਵੂਮਨ ਦੀ ਪਾਰਟਿਸਿਪੇਸ਼ਨ ਬਹੁਤ ਘੱਟ ਹੈ। ਸੋ ਜਿੰਨੀ ਜ਼ਿਆਦਾ ਵੂਮਨ ਪਾਰਟਿਸਿਪੇਸ਼ਨ ਹੋਏਗੀ ਉਨਾ ਜ਼ਿਆਦਾ ਘੱਟ ਚਾਂਸਸ ਨੇ ਜੈਂਡਰ ਬਾਇਸ ਦੇ। ਐਜ਼ ਅ ਰਿਜ਼ਲਟ ਕੇਸ ਵਿਦਆਊਟ ਐਨੀ ਪ੍ਰੈਜੁਡਿਸ ਅੱਗੇ ਵਧੇਗਾ। ਸਾਡੀ ਕੰਟਰੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫੋਰੈਂਸਿਕ ਲੈਬਸ ਓਪਨ ਹੋਣੇ ਚਾਹੀਦੀਆਂ ਨੇ ਤਾਂ ਜੋ ਰਿਕੁਆਇਰਡ ਐਵੀਡੈਂਸ ਜਿਹੜੇ ਰੇਪਿਸਟ ਦੇ ਖਿਲਾਫ ਆ ਉਹ ਇਕੱਠੇ ਕੀਤੇ ਜਾ ਸਕਣ। ਇਸ ਤੋਂ ਬਾਅਦ ਜਿੰਨੇ ਵੀ ਜੱਜਿਸ ਦੀਆਂ ਪੋਸਟ ਖਾਲੀ ਨੇ ਉਹਨਾਂ ਨੂੰ ਭਰਿਆ ਜਾਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਕੇਸ ਸੋਲਵ ਹੋ ਸਕਣ ਜਿਸ ਦੇ ਨਾਲ ਸੋਸਾਇਟੀ ਦੇ ਵਿੱਚ ਇੱਕ ਮੈਸੇਜ ਆਵੇ ਕਿ ਅਗਰ ਕੋਈ ਬੰਦਾ ਰੇਪ ਅਟੈਂਪਟ ਕਰੇਗਾ
ਤਾਂ ਉਸ ਨੂੰ ਸਜ਼ਾ ਜਲਦੀ ਹੀ ਮਿਲੇਗੀ। ਸੈਕੰਡ ਕੈਟੇਗਰੀ ਹੈ ਬਾਈ ਇੰਪਰੂਵਿੰਗ ਇਨਫਰਾਸਟ੍ਰਕਚਰ। ਯੈਸ, ਅਗਰ ਸਾਡੀ ਸਿਟੀ ਦੇ ਇਨਫਰਾਸਟ੍ਰਕਚਰ ਨੂੰ ਪ੍ਰੋਪਰਲੀ ਡਿਜ਼ਾਈਨ ਕੀਤਾ ਜਾਵੇ ਤਾਂ ਇਸ ਦੇ ਨਾਲ ਅਸੀਂ ਰੇਪ ਕੇਸਿਸ ਨੂੰ ਵੀ ਬਹੁਤ ਘਟਾ ਸਕਦੇ ਹਾਂ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਮੈਕਸਿਮਮ ਰੇਪ ਓਪਰਚੁਨਿਟਿਸਟਿਕ ਹੁੰਦੇ ਨੇ। ਹੁਣ ਇਸ ਕੇਸ 'ਚ ਅਗਰ ਸਾਡੀ ਸਟਰੀਟ 'ਚ ਪ੍ਰੋਪਰ ਲਾਈਟਿੰਗ ਹੋਏ, ਸਾਡੇ ਰੋਡਸ ਤੇ ਪ੍ਰੋਪਰ ਲਾਈਟਸ ਐਂਡ ਸੀਸੀਟੀਵੀ ਕੈਮਰਾ ਲੱਗੇ ਹੋਣ ਤੇ ਇਹ ਡਿਟਰੈਂਟ ਦਾ ਕੰਮ ਕਰੇਗਾ ਓਪਰਚੁਨਿਟਿਸਟਿਕ ਰੇਪਿਸ ਲਈ। ਇਸ ਦੇ ਨਾਲ ਸਾਡੀ ਗਵਰਨਮੈਂਟ ਦਾ ਮਿਸ਼ਨ ਜਿਸ ਵਿੱਚ ਹਰ ਘਰ ਦੇ ਵਿੱਚ ਟਾਇਲਟ ਬਣਾਏ ਜਾ ਰਿਹਾ ਐਂਡ ਪਬਲਿਕ ਪਲੇਸਿਸ ਵਿੱਚ ਵੀ ਟਾਇਲਟ ਬਣਾਏ ਜਾ ਰਿਹਾ, ਇਸ ਨਾਲ ਵੀ ਅਸੀਂ ਓਪਰਚੁਨਿਟਿਸਟਿਕ ਰੇਪਿਸ ਵਾਲੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ। ਸਾਡੀ ਸਿਟੀ ਦਾ ਇਨਫਰਾਸਟ੍ਰਕਚਰ ਵੀ ਸਾਡੇ ਦੇਸ਼ ਦੀ ਰੇਪ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਹੈ। ਥਰਡ ਕੈਟੇਗਰੀ ਹੈ ਚੇਂਜ ਇਨ ਸੋਸਾਇਟੀ। ਰੇਪ ਵਰਗੇ ਕੇਸਿਸ ਨੂੰ ਰੋਕਣ ਲਈ ਸਾਨੂੰ ਪੈਟਰੀਆਰਕਲ ਮਾਈਂਡਸੈਟ ਨੂੰ ਛੱਡਣਾ ਪਵੇਗਾ, ਜਿੱਥੇ ਸਾਰੇ ਲਾਅ ਐਂਡ ਬੈਨੀਫਿਟਸ ਮਰਦਾਂ ਲਈ ਹੁੰਦੇ ਨੇ ਐਂਡ ਔਰਤਾਂ ਨੂੰ ਹਮੇਸ਼ਾ ਮਰਦਾਂ ਤੋਂ ਨੀਚੇ ਆਖਿਆ ਜਾਂਦਾ ਹੈ। ਐਂਡ ਲਾਸਟ 'ਚ ਆਉਂਦਾ ਹੈ ਐਕਸੈਪਟੈਂਸ ਆਫ ਰੇਪ ਵਿਕਟਮ। ਇੱਥੇ ਹੁਣ ਤੁਹਾਨੂੰ ਸਾਰਿਆਂ ਨੂੰ ਮੈਂ ਸਿਰਫ ਇੱਕ ਕੁਐਸਚਨ ਕਰਨਾ ਚਾਹੁੰਦਾ, ਅਗਰ ਤੁਹਾਡੇ ਬੇਟੇ ਨੂੰ ਜਾਂ ਤੁਹਾਡੇ ਬ੍ਰਦਰ ਨੂੰ ਕਿਸੇ ਰੇਪ ਵਿਕਟਮ ਦੇ ਨਾਲ ਪਿਆਰ ਹੋਏ ਐਂਡ ਉਹ ਉਸ ਨਾਲ ਮੈਰਿਜ ਕਰਨਾ ਚਾਹੇ, ਕੀ ਤੁਸੀਂ ਉਸ ਨੂੰ ਅਲਾਉ ਕਰੋਗੇ ਮੈਰਿਜ ਲਈ? ਅਗਰ ਤੇ ਤੁਹਾਡਾ ਆਨਸਰ ਯੈਸ ਹੈ then yes this is a type of society we want to see, but ਅਗਰ ਤੁਹਾਡਾ ਆਨਸਰ no ਹੈ then my dear friend you are also part of the problem, ਬਿਕੋਜ਼ ਤੁਸੀਂ ਕਿਸੇ ਕੁੜੀ ਨੂੰ ਸਿਰਫ ਇਸੇ ਲਈ ਮਨਾ ਕਰ ਰਹੇ ਹੋ ਜਿਸ ਦੇ ਵਿੱਚ ਉਹਦਾ ਕੋਈ ਕਸੂਰ ਵੀ ਨਹੀਂ ਹੈ। ਹੁਣ ਸੇਮ ਕੰਡੀਸ਼ਨ ਅਗਰ ਤੁਹਾਡੇ ਨਾਲ ਹੋਈ ਹੁੰਦੀ ਤੇ ਤੁਹਾਨੂੰ ਕੋਈ ਰਿਜੈਕਟ ਕਰਦਾ, ਹਾਊ ਵੁੱਡ ਯੂ ਫੀਲ? ਸੋ ਸਾਡੇ ਸਮਾਜ ਨੂੰ ਇੱਕ ਰੇਪ ਵਿਕਟਮ ਨੂੰ ਪੂਰੇ ਦਿਲ ਤੋਂ ਅਪਣਾਉਣਾ ਚਾਹੀਦਾ ਹੈ। ਹੁਣ ਲਾਸਟ ਆਪਾਂ ਦੇਖਾਂਗੇ ਕਿ ਕਿਵੇਂ ਪ੍ਰੋਪੈਗੈਂਡਾ ਕਰਨ ਵਾਲੇ ਇੱਕ ਰੇਪ ਕੇਸ ਨੂੰ ਵੀ ਆਪਣੇ ਧਰਮ ਦੇ ਨਾਲ, ਆਪਣੇ ਕਾਸਟ ਦੇ ਨਾਲ ਜੋੜ ਕੇ ਸਿਰਫ ਪ੍ਰੋਪੈਗੈਂਡਾ ਕਰਦੇ ਨੇ। ਕਸਤੂਰਬਾ ਨਗਰ ਰੇਪ ਕੇਸ ਤੋਂ ਬਾਅਦ ਸਾਡੇ ਸੋਸ਼ਲ ਮੀਡੀਆ ਵਿੱਚ ਕਈ ਹੈਸ਼ਟੈਗ ਚਲਾਏ ਗਏ ਜਿਸ ਵਿੱਚ ਕਿਹਾ ਗਿਆ ਕਿ ਇੱਕ ਸਿੱਖ ਗਰਲ ਦਾ ਰੇਪ ਹਿੰਦੂ ਲੋਕਾਂ ਦੁਆਰਾ ਕੀਤਾ ਗਿਆ ਐਂਡ ਇਸ ਰੇਪ ਕੇਸ ਨੂੰ ਕਮਿਊਨਲ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਐਂਡ ਕਈ ਟ੍ਰੈਂਡ ਚਲਾਏ ਗਏ ਜਿਵੇਂ ਕਿ ਸਿੱਖ ਜੈਨੋਸਾਈਡ ਕੰਟੀਨਿਊਸ, ਨੈਵਰ ਫੋਰਗੇਟ 1984 ਐਂਡ ਇਹ ਸਾਰੇ ਟ੍ਰੈਂਡ ਯੂਕੇ, ਕੈਨੇਡਾ ਐਂਡ ਇਟਲੀ ਤੋਂ ਚਲਾਏ ਜਾ ਰਹੇ ਸੀ ਐਂਡ ਜਿਹੜੇ ਲੋਕ ਇੰਡੀਆ ਦੇ ਵਿੱਚ ਰਹਿ ਕੇ ਇਸ ਟ੍ਰੈਂਡ ਨੂੰ ਚਲਾ ਰਹੇ ਸੀ, ਪੁਲਿਸ ਨੇ ਉਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕੀਤੇ ਨੇ। ਬਟ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਰੇਪਿਸ ਐਂਡ ਵਿਕਟਮ ਦੋਨੋਂ ਹੀ ਸੇਮ ਕਮਿਊਨਿਟੀ ਬੇਡਗੁੱਡ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ ਐਂਡ ਬੇਡਗੁੱਡ ਕਮਿਊਨਿਟੀ ਹਿੰਦੂਸ ਵਿੱਚ ਸ਼ੈਡਿਊਲ ਕਾਸਟ ਹੁੰਦੀ ਹੈ। ਬਟ ਇੱਥੇ ਇੱਕ ਗੱਲ ਹੈ ਜੋ ਉਸ ਏਰੀਆ ਦੇ ਲੋਕਾਂ ਨੇ ਵੀ ਐਡਮਿਟ ਕੀਤੀ ਕਿ ਜਿੰਨੇ ਵੀ ਬੇਡਗੁੱਡ ਕਮਿਊਨਿਟੀ ਦੇ ਲੋਕ ਨੇ ਉਸ ਏਰੀਆ ਵਿੱਚ ਉਹ ਸਾਰੇ ਸਿੱਖ ਟ੍ਰੈਡੀਸ਼ਨਸ ਨੂੰ ਫੋਲੋ ਕਰਦੇ ਨੇ। ਹੁਣ ਇੱਥੇ ਮੈਂ ਬੇਡਗੁੱਡ ਕਮਿਊਨਿਟੀ ਦਾ ਹਿਸਟੋਰੀਕਲ ਬੈਕਗ੍ਰਾਉਂਡ ਐਂਡ ਉਹ ਕਿਉਂ ਸਿੱਖ ਟ੍ਰੈਡੀਸ਼ਨਸ ਨੂੰ ਫੋਲੋ ਕਰਦੇ ਨੇ ਇਹ ਸਾਰੀਆਂ ਗੱਲਾਂ ਨੂੰ ਡਿਸਕਸ ਨਹੀਂ ਕਰਾਂਗਾ ਬਿਕੋਜ਼ ਇਹ ਇਰਰੈਲੇਵੈਂਟ ਹੈ। ਬਟ ਹੁਣ ਤੁਹਾਨੂੰ ਪਤਾ ਹੈ ਕਿ ਉਹ ਕੌਣ ਲੋਕ ਨੇ ਜੋ ਸਮਾਜ ਦੇ ਵਿੱਚ ਦੋ ਡਿਫਰੈਂਟ ਕਮਿਊਨਿਟੀਜ਼ ਨੂੰ ਲੜਾਉਣਾ ਚਾਹੁੰਦੇ ਨੇ। ਇਹ ਲੋਕ ਆਪਣਾ ਪ੍ਰੋਪੈਗੈਂਡਾ ਕਰਨ ਲਈ ਇੰਨਾ ਨੀਚੇ ਗਿਰ ਸਕਦੇ ਨੇ ਕਿ ਇੱਕ ਰੇਪ ਕੇਸ ਦੇ ਵਿੱਚ ਵੀ ਆਪਣਾ ਲਾਭ ਲੱਭਦੇ ਨੇ। ਤੁਸੀਂ ਸਾਡੀ ਕੰਟਰੀ ਦੀ ਰੇਪ ਪ੍ਰੋਬਲਮ ਨੂੰ ਇੱਥੋਂ ਹੀ ਦੇਖ ਲਓ ਕਿ ਹੁਣ ਤੱਕ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖੋਗੇ ਸਾਡੇ ਦੇਸ਼ ਦੇ ਵਿੱਚ 2 ਹੋਰ ਕੁੜੀਆਂ ਦੇ ਰੇਪ ਹੋ ਚੁੱਕੇ ਹੋਣਗੇ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ। ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਐਂਡ ਅਗਰ ਤੁਸੀਂ ਨਵੇਂ ਹੋ ਮੇਰੇ ਚੈਨਲ ਤੇ ਤਾਂ ਸਬਸਕ੍ਰਾਈਬ ਕਰੋ। ਬਾਕੀ ਆਪਾਂ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।